ਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹੈ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੀ ਕਾਰਵਾਈ ਨੂੰ ਅਡਜਰਨ ਕਰ ਦਿੱਤਾ ਗਿਆ ਸੀ। 11:30 ਵਜੇ ਕਾਰਵਾਈ ਦੁਬਾਰਾ ਸ਼ੁਰੂ ਹੋਣੀ ਸੀ। ਸੋ ਇਸ ਪੂਰੇ ਸੈਸ਼ਨ ਨੂੰ ਲੈ ਕੇ ਜੋ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਾਥੀ ਅਮਨਪ੍ਰੀਤ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸੈਸ਼ਨ ਬਾਰੇ। ਬਹੁਤ ਬਹੁਤ ਸਵਾਗਤ ਹੈ ਅਮਨ ਜੀ। ਧੰਨਵਾਦ। ਸੋ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਬਹੁਤ ਗੱਲਾਂ ਨੇ, ਜਿਵੇਂ ਕਿ ਖਾਸ ਤੌਰ ਤੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 400 ਸਾਲਾ ਜੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ, ਇਸ ਨੂੰ ਚੋਣਾਂ ਨੇੜੇ ਕਿਉਂ ਨਹੀਂ ਬੁਲਾਇਆ ਗਿਆ, ਇਸ ਖਾਸ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ ਤੇ ਕੀ ਗੱਲਾਂ ਇਹਦੇ ਵਿੱਚ ਅੱਜ ਡਿਸਕਸ ਹੋ ਸਕਦੀਆਂ ਨੇ। ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਿਲਕੁਲ ਜਿਹੜੀ ਹੈ ਉਹ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ। ਇਜਲਾਸ ਜਿਹੜਾ ਉਹ ਸੱਦਣਾ ਹੁੰਦਾ ਹੈ ਚੋਣਾਂ ਦੇ ਨੇੜੇ, ਖਾਸ ਕਰ ਕਿਉਂਕਿ ਇਹ ਕਾਨੂੰਨ ਦਾ ਇੱਕ ਪ੍ਰਾਵਧਾਨ ਹੈ। ਪਰ ਹੁਣ ਗੁਰੂ ਸਾਹਿਬ ਦੇ ਜਿਹੜੇ ਪੁਰਬ ਦੇ ਨਜ਼ਦੀਕ ਜਾਂ ਉਸ ਪੁਰਬ ਦਾ ਨਾਮ ਲੈ ਕੇ ਬੁਲਾਉਣਾ, ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਬੌਖਲਾਹਟ ਹੈ ਉਹਨੂੰ ਦਰਸਾ ਰਿਹਾ। ਕਿਉਂਕਿ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲੀਆ ਨਿਸ਼ਾਨ ਉੱਠਣੇ ਆ। ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਤਾਂ ਆਪਦਿਆਂ ਦੀ ਬਗਾਵਤ ਹੈ। ਹੁਣ ਆਪਣੇ ਆਪ ਦੇ ਹੀ ਬਗਾਵਤ ਤੇ ਉਤਰੇ ਹੋਏ ਆ। ਸੋ ਉਸ ਤੋਂ ਇਲਾਵਾ ਅਕਾਲੀ ਦਲ ਨੇ ਹਮਲੇ ਕਰਨੇ ਆ, ਆਮ ਆਦਮੀ ਪਾਰਟੀ ਨੇ ਹਮਲੇ ਕਰਨੇ ਆ। ਕੱਲ੍ਹ ਹੀ ਮੋਗਾ ਦੇ ਵਿੱਚ ਜਿਹੜਾ ਉਹ ਕਿਸਾਨਾਂ ਦੇ ਉੱਤੇ ਲਾਠੀਚਾਰਜ ਹੋਇਆ। ਸੋ ਸਵਾਲ ਬਹੁਤ ਹੈ, ਬੇਭਰੋਸਗੀ ਦਾ ਮਤਾ ਹੈ। ਸੋ ਸਰਕਾਰ ਨੂੰ ਲੱਗਦਾ ਕਿ ਜੇਕਰ ਧਾਰਮਿਕ ਰੰਗਤ ਦੇ ਨਾਲ ਬੁਲਾਵਾਂਗੇ, ਗੁਰੂ ਸਾਹਿਬ ਦੇ ਨਾਮ ਤੇ ਬੁਲਾਵਾਂਗੇ, ਉਹਦੇ ਵਿੱਚ ਦੇਖੋ ਕੀ ਹੁੰਦਾ ਨਾ ਕਿ ਜਿਵੇਂ ਹੁਣ ਗੁਰੂ ਸਾਹਿਬ ਦੇ ਨਾਮ ਤੇ ਬੁਲਾਇਆ, ਗੁਰੂ ਸਾਹਿਬ ਦੇ ਪੁਰਬ ਨੂੰ ਲੈ ਕੇ ਕੁਝ ਐਲਾਨ ਕਰਤੇ ਕਿ ਅਸੀਂ ਜੀ ਪੰਜਾਬ ਦੇ ਵਿੱਚ, ਤਾਂ ਜੇ ਕੋਈ ਹੋਰ ਮੁੱਦੇ ਨੂੰ ਲੈ ਕੇ ਹੰਗਾਮਾ ਖੜਾ ਕਰੂਗਾ ਤਾਂ ਉੱਥੇ ਸਰਕਾਰ ਇਹ ਕਹਿੰਦੇ ਦੇਖੋ ਜੀ ਜਿਹੜਾ ਅੱਜ ਦਾ ਇਜਲਾਸ ਸੀ ਇਹ ਗੁਰੂ ਸਾਹਿਬ ਨੂੰ ਸਮਰਪਿਤ ਸੀ। ਸੋ ਇਹਨਾਂ ਦਾ ਹੰਗਾਮਾ ਕਰਨਾ ਬੇਹੱਦ ਸ਼ਰਮਨਾਕ ਹੈ, ਇਹ ਇੱਕ ਬੇਅਦਬੀ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੇ ਆਪਦੀਆਂ ਨਾਕਾਮੀਆਂ ਜਾਂ ਜੋ ਕੰਮ ਉਹ ਨਹੀਂ ਕਰ ਸਕੀ ਜਾਂ ਜਿਹੜੇ ਉੱਤੇ ਸਵਾਲ ਉੱਠਣੇ ਸੀ ਉਹਨੂੰ ਦਬਾਉਣ ਦੇ ਲਈ ਇੱਕ ਧਰਮ ਦਾ ਜਿਹੜਾ ਮਤਲਬ ਇਸਤੇਮਾਲ ਕਰਨ ਦੀ ਜਿਹੜੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਧਾਰਮਿਕ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮੁੱਦੇ ਨੂੰ। ਪਰ ਜੇਕਰ ਆਪਾਂ ਗੱਲ ਕਰੀਏ ਸਿਆਸੀ ਪਾਰਟੀਆਂ ਦੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਵਿਪ ਵੀ ਜਾਰੀ ਕੀਤਾ ਗਿਆ ਹੈ ਕਿ ਜਦੋਂ ਤੱਕ ਪੂਰੀ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਇਹਦੇ ਵਿੱਚ ਸਭ ਨੂੰ ਸ਼ਾਮਿਲ ਹੋਣਾ ਪਵੇਗਾ। ਤੇ ਗੱਲ ਕਰੀਏ ਸਿਆਸੀ ਪਾਰਟੀਆਂ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਜੋ ਮੁੱਖ ਮੰਤਰੀ ਆ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਉਣਗੇ। ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਦੋਨੇ ਪਾਰਟੀਆਂ ਚਾਹੁੰਦੀਆਂ ਨੇ ਕਿ ਬੇਭਰੋਸਗੀ ਦਾ ਮਤਾ ਜੋ ਹੈ ਉਹ ਪਾ ਦਿੱਤਾ ਜਾਵੇ ਤੇ ਮੇਰੇ ਖਿਆਲ ਨਾਲ ਜਿਹੜੇ ਸਿੱਧੂ ਖੇਮਾ ਆ ਉਹ ਵੀ ਕੁਛ ਨਾ ਕੁਛ ਇਸ ਦੌਰਾਨ ਕਰ ਸਕਦਾ ਆ। ਕੀ ਕਹਿੰਦੇ ਹੋ ਇਸ ਪੂਰੇ ਸਿਨੈਰੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਵਿਪ ਜਾਰੀ ਕੀਤਾ ਗਿਆ ਨਾ ਪ੍ਰਦੀਪ ਜੀ, ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਰਕਾਰ ਦੀ ਮਜਬੂਰੀ ਨੂੰ ਦਰਸਾਉਂਦਾ ਹੈ। ਉਹਦਾ ਕਾਰਨ ਇਹ ਹੈ ਕਿ ਦੇਖੋ ਇੱਕ ਖੇਮਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਹੈ ਉਹ ਨਾਰਾਜ਼ ਚੱਲ ਰਿਹਾ ਲਗਾਤਾਰ, ਠੀਕ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਜੇ ਬੇਭਰੋਸਗੀ ਦਾ ਮਤਾ ਪੈ ਗਿਆ ਤੇ ਸਾਡਾ ਵਿਰੋਧੀ ਖੇਮਾ ਆਇਆ ਨਾ ਤੇ ਸਾਡੀਆਂ ਵੋਟਾਂ ਘਟ ਗਈਆਂ। ਵੈਸੇ ਪਰ ਇਸ ਗੱਲ ਦੇ ਉੱਤੇ ਇੱਕ ਬਿਆਨ ਹੈ ਜਿਹੜਾ ਆਪਾਂ ਲਗਾਤਾਰ ਕਵਰ ਕੀਤਾ ਹੈ। ਜਿੱਦਣ ਮੀਟਿੰਗ ਹੁੰਦੀ ਆ ਉਹਨਾਂ ਨੇ ਕਿਹਾ ਜੀ ਕਿੰਨੇ ਕੁ ਵਿਧਾਇਕ ਆਏ, ਉਹਨਾਂ ਨੇ ਕਿਹਾ ਇੰਨੇ ਕੁ ਤਾਂ ਆ ਗਏ ਜਿੰਨੇ ਕੁ ਦੀ ਸਰਕਾਰ ਬਣਾਉਣ ਦੇ ਲਈ ਲੋੜ ਹੈ। ਸੋ ਵਿਪ ਜਾਰੀ ਕਰਨਾ ਯਾਨੀ ਕਿ ਵਿਪ ਦਾ ਮਤਲਬ ਕਿ ਹਰ ਇੱਕ ਵਿਧਾਇਕ ਨੂੰ ਹਾਜ਼ਰ ਹੋਣਾ ਪਵੇਗਾ। ਸੋ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਇਹ ਡਰ ਹੈ, ਇਹ ਬੌਖਲਾਹਟ ਹੈ ਕਿ ਜੇ ਸਾਡੀ ਮੈਜੋਰਿਟੀ ਘਟੂ ਤਾਂ ਸਾਡੇ ਤੇ ਉਂਗਲਾਂ ਉੱਠਣੀਆਂ। ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਪ ਦੇ ਜ਼ਰੀਏ। ਬਿਲਕੁਲ ਕੋਸ਼ਿਸ਼ ਕੀ, ਔਰ ਵਿਪ ਦੇ ਜ਼ਰੀਏ ਆਪਣਿਆਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਉਹਨਾਂ ਦਾ ਕਹਿਣਾ ਇਹ ਆ ਕਿ ਦੇਖੋ ਮੰਨ ਲਓ ਕਿ ਅੱਜ ਕੁਝ ਵਿਧਾਇਕ ਆਉਂਦੇ ਨਹੀਂ ਕਾਂਗਰਸ ਦੇ, ਤਾਂ ਵਿਰੋਧੀਆਂ ਦਾ ਇੱਕ ਸਵਾਲ ਹੋਰ ਹੋ ਜਾਣਾ ਕਿ ਦੇਖੋ ਜੀ ਇਹ ਕਾਹਦਾ ਸੈਸ਼ਨ ਸੀ, ਇਹਨਾਂ ਦੇ ਆਪਦੇ ਬੰਦੇ ਤਾਂ ਆਏ ਨਹੀਂ। ਤੇ ਔਰ ਦੂਜੀ ਗੱਲ ਬੇਭਰੋਸਗੀ ਦਾ ਮਤਾ ਇਸ ਤੋਂ ਪਹਿਲਾਂ ਵੀ ਖੱਟਰ ਸਰਕਾਰ ਨੂੰ ਸਾਹਮਣਾ ਕਰਨਾ ਪਿਆ। ਹਾਲਾਂਕਿ ਖੱਟਰ ਸਰਕਾਰ ਪਾਸ ਹੋ ਗਈ ਔਰ ਕੈਪਟਨ ਸਰਕਾਰ ਵੀ ਪਾਸ ਹੋ ਜਾਵੇਗੀ, ਕਿਉਂਕਿ ਦੇਖੋ 4 ਮਹੀਨੇ ਰਹਿ ਗਏ ਚੋਣਾਂ 'ਚ। ਇਹ ਬਹੁਤ ਰੇਅਰ ਹੁੰਦਾ ਕਿ ਸਰਕਾਰ ਡਿੱਗ ਜਾਵੇ। ਸੋ ਇਹ ਬੇਭਰੋਸਗੀ ਦਾ ਮਤਾ ਪੋਲੀਟੀਕਲ ਪਾਰਟੀਆਂ ਨੇ ਕਰਨਾ ਹੁੰਦਾ। ਸੱਤਾ ਧਿਰ ਹੁੰਦੀ ਆ, ਉਹਦੇ ਉੱਤੇ ਸਵਾਲ ਖੜੇ ਹੋਣੇ ਹੀ ਹੁੰਦੇ ਆ ਔਰ ਇਸ ਸਰਕਾਰ 'ਤੇ ਤਾਂ ਹੋਣੇ ਹੀ ਹੋਣੇ ਆ, ਕਿਉਂਕਿ ਲੋਕ ਵੀ ਸਵਾਲ ਖੜੇ ਕਰ ਰਹੇ ਆ। ਵਾਅਦੇ ਜ਼ਿਆਦਾ ਸੀ, ਕੰਮ ਘੱਟ ਹੋਏ ਆ। ਆਧਾਰ ਕੀ ਮੰਨਦੇ ਹੋ? 4 ਮਹੀਨੇ ਪਹਿਲਾਂ ਸਰਕਾਰ ਦੇ ਉੱਤੇ ਬੇਭਰੋਸਗੀ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸ ਆਧਾਰ ਤੇ ਪਾਉਣਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਅਕਾਲੀ ਦਲ ਦਾ ਬਿਲਕੁਲ ਇੱਥੇ ਜਿਹੜਾ ਸਪੌਟ ਹੈ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਘੁਮਾ ਕੇ ਵਿਖਾਉਣ। ਉਹ ਸਾਹਮਣੇ ਤੁਸੀਂ ਸਪੌਟ ਦੇਖ ਸਕਦੇ ਹੋ। ਜਿਹੜਾ ਉਹ ਸਾਹਮਣੇ ਵਾਲਾ ਸਪੌਟ ਹੈ, ਉੱਥੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਦੇ ਕੁਝ ਵਿਧਾਇਕਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਔਰ ਬੇਭਰੋਸਗੀ ਦੇ ਹੁਣ ਜੇ ਆਪਾਂ ਮਤਿਆਂ ਦੀ ਗੱਲ ਕਰ ਲਈਏ, ਬੇਭਰੋਸਗੀ ਇੱਕ ਤਾਂ ਉਹਨਾਂ ਨੇ ਕਿਹਾ ਜੀ ਘਰ ਘਰ ਨੌਕਰੀ। ਕੈਪਟਨ ਸਰਕਾਰ ਦਾ ਇੱਕ ਵਾਅਦਾ ਸੀ ਵੀ ਅਸੀਂ ਹਰ ਘਰ ਦੇ ਵਿੱਚ ਰੁਜ਼ਗਾਰ, ਘਰ ਦਾ ਮਤਲਬ ਹਰ ਘਰ ਰੁਜ਼ਗਾਰ। ਹੁਣ ਨੌਕਰੀ ਕਿਹੜੀ, ਉਹ 'ਚ ਲਿਖਿਆ ਤਾਂ ਹੋਇਆ ਨਹੀਂ ਸੀ ਪ੍ਰਾਈਵੇਟ ਕਿ ਸਰਕਾਰੀ। ਤਾਂ ਵਿਰੋਧੀ ਧਿਰ ਕਹਿੰਦੀ ਹੈ ਜੀ ਸਰਕਾਰੀ, ਪ੍ਰਾਈਵੇਟ ਦੀ ਤਾਂ ਸੈਲਰੀ ਬਹੁਤ ਘੱਟ ਆ। ਘਰ ਨੌਕਰੀ, ਸਮਾਰਟਫੋਨ ਦੇਣੇ ਤੇ ਫਿਰ ਬੁਢਾਪਾ ਪੈਨਸ਼ਨ ਵਧਾਉਣਾ, ਸਗਨ ਸਕੀਮ ਵਧਾਉਣਾ, ਤਮਾਮ ਐਸੀਆਂ ਗੱਲਾਂ ਸੀ। ਫਿਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਆਟਾ ਦਾਲ ਮਿਲਦਾ ਅਸੀਂ ਨਾਲ ਪੱਤੀ ਤੇ ਹੋਰ ਵੀ ਸਮਾਨ ਦੇ ਦਿਆਂਗੇ। ਵੱਡਾ ਮਸਲਾ ਸੀਗਾ ਕਰਜ਼ਾ ਮਾਫੀ,
ਘਰ ਘਰ ਨੌਕਰੀ, ਸਮਾਰਟਫੋਨ, ਔਰ ਉਹਨਾਂ ਨੇ ਕਿਹਾ ਕਿ ਇਹ ਪੂਰੇ ਨਹੀਂ ਹੋਏ। ਲੋਕਾਂ ਦਾ ਭਰੋਸਾ ਸਰਕਾਰ ਨੇ ਜਿੱਤ ਕੇ ਉਹ ਇਸ ਭਰੋਸੇ ਦੇ ਨਾਲ ਖਿਲਵਾੜ ਕੀਤਾ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਔਰ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤਾਂ ਸਿਸਮਾਂ ਤੋਂ ਨਿਕਲਦੇ ਹੀ ਨਹੀਂ, ਉਹ ਤਾਂ ਸਿਸਮਾਂ ਦੀਆਂ ਪਹਾੜੀਆਂ 'ਚ ਬੈਠੇ ਆ। ਇਹਨਾਂ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਤੇ ਅਕਾਲੀ ਦਲ ਨੇ ਬੇਭਰੋਸਗੀ ਦਾ ਜਿਹੜਾ ਮਤ ਹੈ ਉਹ ਲੈ ਕੇ ਆਉਣਾ ਹੈ। 18 ਅਨੁਕਾਤੀ ਏਜੰਡਾ ਹੈ ਕਾਂਗਰਸ ਸਰਕਾਰ ਦਾ, ਮੁੱਖ ਮੰਤਰੀ ਸਾਹਿਬ ਨੂੰ ਜੋ ਏਜੰਡਾ ਦਿੱਤਾ ਗਿਆ ਹੈ, ਲੱਗਦਾ ਕਿ ਉਹਨੂੰ ਲੈ ਕੇ ਵੀ ਅੱਜ ਸਵਾਲ ਜਵਾਬ ਹੋ ਸਕਦੇ ਆ। ਦੇਖੋ 18 ਨੁਕਾਤੀ ਜਿਹੜਾ ਏਜੰਡਾ ਹੈ ਉਹਦੇ ਬਾਰੇ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਆਪਾਂ ਪ੍ਰੋਫਾਈਲ ਨੂੰ ਲਗਾਤਾਰ ਟਰੈਕ ਕਰ ਰਹੇ ਹਾਂ, ਹੁਣ ਸਿੱਧੂ ਸਾਹਿਬ ਤਾਂ ਇਹ ਵੀ ਕਹਿ ਰਿਹਾ ਕਿ ਬਹੁਤ ਜਲਦੀ ਜਿਹੜਾ ਡਰੱਗ ਮਾਫੀਆ ਉਹਦੀ ਜਾਂਚ ਖੁੱਲ੍ਹਣ ਵਾਲੀ ਹੈ। ਪਰ ਉਹਦੇ ਉੱਤੇ ਕੱਲ ਆਮ ਆਦਮੀ ਪਾਰਟੀ ਨੇ ਜਿਹੜਾ ਸਵਾਲ ਵੀ ਖੜਾ ਕੀਤਾ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਨਹੀਂ ਹੋਣਾ ਚਾਹੀਦਾ, ਕਿਸੇ ਹੋਰ ਸਟੇਟ ਦੇ ਕੋਰਟ ਤੋਂ ਕਰਵਾ ਲਓ, ਕਿਉਂਕਿ ਇੱਕ ਪ੍ਰਾਈਵੇਟ ਵਕੀਲ ਨੇ ਮਤਾ ਪਾਇਆ, ਉਹਦੇ ਵਿੱਚ ਹਾਈ ਕੋਰਟ 'ਚ ਉਹਨੇ ਆਪਣੀ ਐਪਲੀਕੇਸ਼ਨ ਲਾਈ ਔਰ ਜੱਜ ਸਾਹਿਬ ਨੇ ਸੁਣਨ ਤੋਂ ਆਪਦੇ ਆਪ ਨੂੰ ਕਿਨਾਰਾ ਕਰ ਲਿਆ। ਸੋ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੈਪਟਨ ਦੀ ਜਿਹੜੀ ਹੈ ਉਹ ਸਿੱਧੂ ਦੇ ਨਾਲ ਸਹਿਮਤੀ ਬਣੀ ਸੀ। ਉਹ ਕਦੋਂ ਤੱਕ ਸ਼ੁਰੂ ਹੋਵੇਗਾ ਇਹ ਹਲੇ ਕੋਈ ਨਹੀਂ ਜਾਣਦਾ, ਪਰ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਪਟਨ ਜ਼ਰੂਰ ਹੈ, ਸਿੱਧੂ ਵੀ ਜ਼ਰੂਰ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਆਪਸੀ ਖਾਨਾ ਜੰਗੀ ਕਰਕੇ ਲੋਕਾਂ ਦਾ ਕੀ ਕਸੂਰ ਆ। ਉਹ ਕਹਿੰਦੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹ ਕਿੱਧਰ ਜਾਣ, ਜਦੋਂ ਐਮਐਲਏ ਨੂੰ ਨਹੀਂ ਪਤਾ ਵੀ ਸਾਡਾ ਮੁੱਖ ਮੰਤਰੀ ਕੌਣ ਆ, ਅਸੀਂ ਮੁੱਖ ਮੰਤਰੀ ਦੀ ਮੰਨੀਏ ਕਿ ਪ੍ਰਧਾਨ ਦੀ ਮੰਨੀਏ, ਜਦੋਂ ਐਮਐਲਏ ਭੰਬਲ ਭੂਸੇ 'ਚ ਤਾਂ ਉਸ ਸੂਬੇ ਦੇ ਲੋਕ ਕਿੱਧਰ ਜਾਣ, ਇਸੇ ਸਵਾਲ ਨੂੰ ਲੈ ਕੇ ਨਿਸ਼ਾਨ ਜਿਹੜੇ ਆ ਉੱਠਦੇ ਆ। ਬਿਲਕੁਲ ਜੀ। ਤੇ ਕਿਸਾਨੀ ਦੀ ਗੱਲ ਕਰ ਲੈਂਦੇ ਆ। ਪਹਿਲਾਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਇਹ ਇੱਕ ਦਿਨ ਦਾ ਇਜਲਾਸ ਹੋਣ ਵਾਲਾ ਹੈ ਇਹ ਕਿਸਾਨੀ ਨੂੰ ਸਮਰਪਿਤ ਕੀਤਾ ਜਾਵੇ, ਪਰ ਅਜਿਹਾ ਫਿਲਹਾਲ ਨਹੀਂ ਦੇਖਣ ਨੂੰ ਮਿਲ ਰਿਹਾ ਹੈ। ਗੱਲ ਹੋ ਰਹੀ ਹੈ ਅੱਜ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ, ਤੇ ਕਿਸਾਨੀ ਨੂੰ ਕਿਤੇ ਨਾ ਕਿਤੇ ਪਛਾੜਦੇ ਨਜ਼ਰ ਆ ਰਹੇ ਨੇ, ਪਿੱਛੇ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਬੀਤੇ ਦਿਨੀ ਬਹੁਤ ਸਾਰੀਆਂ ਘਟਨਾਵਾਂ ਹੋ ਗਈਆਂ। ਜਿਹੜੀ ਘਟਨਾ ਕੱਲ ਮੋਗਾ ਦੇ ਵਿੱਚ ਵਾਪਰੀ ਹੈ ਉਸ ਨੂੰ ਕਰਨਾਲ ਪਾਰਟ 2 ਦਾ ਨਾਮ ਦੇ ਦਿੱਤਾ ਗਿਆ ਹੈ। ਦੇਖੋ ਕਿਸਾਨੀ ਦੀ ਜੇਕਰ ਆਪਾਂ ਗੱਲ ਕਰ ਲਈਏ ਨਾ, ਕਿਸਾਨੀ ਨੂੰ ਤੁਸੀਂ ਕਿਹਾ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼, ਪਹਿਲਾਂ ਹੀ ਨਜ਼ਰਅੰਦਾਜ਼ ਹੈ। 9 ਮਹੀਨੇ ਜਿਹੜੇ ਹੈ ਉਹ ਦਿੱਲੀ ਜਿਹੜਾ ਲੱਗਿਆ ਹੋਇਆ ਉਹਨੂੰ ਹੋ ਗਏ ਆ, ਦਿੱਲੀ ਕਿਸਾਨ ਬੈਠੇ ਆ। ਉਸ ਤੋਂ ਬਾਅਦ ਬਸਤਾੜਾ ਦੇ ਵਿੱਚ, ਕਰਨਾਲ ਦੇ ਵਿੱਚ ਜੋ ਬਸਤਾੜਾ ਟੋਲ ਪਲਾਜ਼ਾ ਤੇ ਲਾਠੀਆਂ ਚੱਲੀਆਂ ਉਹਦੀ ਗੂੰਜ ਵਿਸ਼ਵ ਵਿੱਚ ਪਈ। ਉੱਥੇ ਇੱਕ ਖਹਿਰਾ ਜਿਹੜਾ ਹਰਜਿੰਦਰ ਖਹਿਰੇ ਤੇ ਸਵਾਲ ਉੱਠਿਆ ਕਿ ਸਰਦਾਰ ਨੇ ਡਾਂਗਾ ਮਾਰੀਆਂ, ਪਰ ਕੱਲ ਦੂਜਾ ਕਰਨਾਲ ਮੋਗੇ 'ਚ ਬਣਿਆ ਤੇ ਉੱਥੇ ਤਾਂ ਸਾਰੇ ਸਰਦਾਰ ਸੀ ਪੁਲਿਸ ਵਾਲੇ, ਉੱਥੇ ਤਾਂ ਕਿਵੇਂ ਖੋਦੇ ਮਾਰੇ ਗਏ, ਉਹਨਾਂ ਦੇ ਕੁੱਟਿਆ ਗਿਆ, ਲਹੂ ਲਹਾਨ ਹੋਏ। ਉੱਥੇ ਸਵਾਲ ਕਿਤੇ ਪੈਦਾ ਹੋਣਗੇ ਕਿ ਉੱਥੇ ਕੋਈ ਹੋਰ ਧਰਮ ਦੀ ਸੀ, ਉੱਥੇ ਵੀ ਤਾਂ ਸਾਰੇ ਸਰਦਾਰ ਸੀ। ਆਪਾਂ ਹਰਜਿੰਦਰ ਢਿੱਲੋਂ ਨੂੰ ਕਲੀਨ ਚਿੱਟ ਨਹੀਂ ਦਿੰਦੇ, ਪਰ ਗੱਲ ਇਹ ਆ ਵੀ ਇੱਕ ਰੌਲਾ ਇੱਕ ਹਰਜਿੰਦਰ ਢਿੱਲੋਂ ਦਾ ਨਹੀਂ, ਰੌਲਾ ਇਹ ਆ ਕਿ ਇਹਨਾਂ ਨੂੰ ਆਰਡਰ ਦਿੰਦਾ ਕੌਣ ਆ, ਕਿ ਪੰਜਾਬ ਸਰਕਾਰ ਤੋਂ ਜਾਂ ਕਿਸੇ ਆਰਡਰ ਤੋਂ ਬਿਨਾਂ ਕਿਸੇ ਵੱਡੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸਿਪਾਹੀਆਂ ਨੇ ਉੱਥੇ ਜਿਹੜਾ ਲਾਠੀ ਚਾਰਜ ਕਰ ਦਿੱਤਾ। ਔਰ ਉਸ ਤੋਂ ਵੀ ਵੱਧ ਰੌਲਾ ਇਸ ਗੱਲ ਦਾ ਪੈ ਗਿਆ ਕਿ ਜਦੋਂ ਬਿਕਰਮਜੀਤ ਮਜੀਠੀਆ ਦਾ ਵਿਰੋਧ ਹੁੰਦਾ ਤਾਂ ਉਦੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੰਦੇ ਆ, ਕਹਿੰਦੇ ਜੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਹੈ, ਇਹ ਤਾਂ ਸਿਰਫ ਸਾਡਾ ਹੀ ਵਿਰੋਧ ਕਰਦੇ ਆ। ਜਿਹਦੇ ਉੱਤੇ ਕੱਲ ਆਪਾਂ ਲਾਈਵ ਟੀਵੀ ਦੇ ਉੱਤੇ ਚਲਾਇਆ, ਕੁਲਤਾਰ ਸੰਧਵਾ ਨੇ ਬਿਆਨ ਵੀ ਦਿੱਤਾ ਔਰ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਕਾਲੀ ਦਲ ਤੇ। ਯਾਨੀ ਕਿ ਵਾਰ ਪਲਟਵਾਰ ਹੋ ਰਿਹਾ, ਪਰ ਮੁੱਦਾ ਕੀ ਆ, ਕਿਸਾਨੀ ਦੀ ਜਿਹੜੀ ਗੰਭੀਰਤਾ, ਕਿਸਾਨੀ ਦੀ ਜਿਹੜੀ ਸਮੱਸਿਆ ਉਹ ਤਾਂ ਉੱਥੇ ਦੀ ਉੱਥੇ ਆ। ਪਰਨਾਲਾ ਉੱਥੇ ਦਾ ਉੱਥੇ ਰਹਿ ਗਿਆ, ਮੀਂਹ ਨਵਾਂ ਪਈ ਜਾਂਦਾ, ਪਰ ਪਤਨਾਲਾ ਇੱਕ ਇਹ ਕਹਿੰਦੇ ਆ ਜੀ ਅਸੀਂ ਨਹੀਂ ਜੀ ਆਪ ਵਾਲੇ ਆ, ਉਹ ਨਹੀਂ ਜੀ ਉਹ ਨੇ, ਕੇਂਦਰ 'ਚ ਤਾਂ ਉਹਨਾਂ ਦੀ ਆ, ਸੂਬਾ ਕਹਿੰਦਾ ਜੀ ਕੇਂਦਰ ਕਰੂਗਾ। ਤੇ ਜਿਹੜੇ ਹੁਣ ਕੇਂਦਰ ਦੇ ਗੰਨਾ ਤਾਂ ਕੇਂਦਰ ਸੂਬੇ ਕੋਲ ਸੀ, ਉਹ ਵੀ ਧਰਨਾ ਲਵਾ ਕੇ ਰੇਟ ਲੈਣਾ ਪਿਆ। ਉਹ ਕੋਈ ਇਹ ਨਾ ਕਹੋ ਕਿ ਤੁਸੀਂ ਸਰਕਾਰ ਨੇ ਵਧਾਇਆ, ਉਹ ਤਾਂ ਧਰਨਾ ਲਾਉਣਾ। ਸੋ ਸਵਾਲ ਤਾਂ ਸਰਕਾਰਾਂ ਤੇ ਵਿਰੋਧੀ ਧਿਰਾਂ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਹੈ। ਠੀਕ ਹੈ ਵੀ ਸੱਤਾ ਧਿਰ ਤੇ ਜ਼ਿਆਦਾ ਹੈ, ਪਰ ਇਹ ਨਹੀਂ ਹੈਗਾ ਕਿ ਵੀ ਦੂਜਿਆਂ ਨੂੰ ਬਰੀ ਕਰ ਦਿਆਂਗੇ। ਬਲਬੀਰ ਸਿੰਘ ਰਾਜੇਵਾਲ ਦਾ ਵੀ ਇੱਕ ਬਿਆਨ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਜਾਣ ਬੁੱਝ ਕੇ ਅਜਿਹੇ ਪ੍ਰੋਗਰਾਮ ਉਲੀਕੇ ਗਏ ਨੇ। ਹਾਲਾਂਕਿ ਇਹ ਪ੍ਰੋਗਰਾਮ ਚੋਣਾਂ ਦੇ ਨਜ਼ਦੀਕ ਹੁੰਦੇ ਨੇ, ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਪ੍ਰਚਾਰ ਦੇ ਲਈ ਪ੍ਰੋਗਰਾਮ ਕੀਤੇ ਜਾਂਦੇ ਨੇ, ਪਰ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੇ ਲਈ ਸਮੇਂ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਕਰ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਕੀ ਲੋੜ ਸੀ ਸੁਖਬੀਰ ਬਾਦਲ ਨੂੰ ਉੱਥੇ ਆਉਣ ਦੀ, ਜਦੋਂ ਕਿਸਾਨਾਂ ਵੱਲੋਂ ਆਲਰੇਡੀ ਇਹ ਮਤਾ ਪਕਾਇਆ ਗਿਆ ਹੈ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਹੋਣਾ ਹੀ ਹੋਣਾ। ਦੇਖੋ ਜਿਹੜਾ ਰਾਜੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਉਹਨਾਂ ਨੇ ਇਹ ਗੱਲ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ। ਜਦੋਂ ਵਿਰੋਧ ਹੁੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਤਾਂ ਉਹ ਪੋਲੀਟੀਕਲ ਪਾਰਟੀਆਂ ਪਤਾ ਕੀ ਆਖ ਦਿੰਦੀਆਂ ਕਿ ਜੀ ਕਿਸਾਨ ਮੋਰਚੇ ਨੇ ਤਾਂ ਕਿਹਾ ਇਕੱਲਾ ਭਾਜਪਾ ਦਾ ਵਿਰੋਧ ਕਰੋ, ਦੂਜੀਆਂ। ਪਰ ਬਲਬੀਰ ਸਿੰਘ ਰਾਜੇਵਾਲ ਨੇ ਜੋ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਦਾ ਇਹ ਅਸਲ ਕਿਸਾਨ ਮੋਰਚੇ ਦਾ ਇਹ ਰੂਲ ਸੀਗਾ। ਉਹਨਾਂ ਨੇ ਕਿਹਾ ਸੀ ਘਰਾਓ ਕਰੋ ਬੀਜੇਪੀ ਦਾ, ਪਰ ਸਵਾਲ ਸਾਰਿਆਂ ਨੂੰ ਪੁੱਛੋ। ਸਵਾਲ ਔਰ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਇਹ ਨੌਬਤ ਤਾਂ ਆਈ ਕਿਉਂਕਿ ਸੁਖਬੀਰ ਬਾਦਲ ਸਵਾਲਾਂ ਤੋਂ ਭੱਜ ਗਏ। ਉਹਨਾਂ ਨੇ ਕਿਹਾ ਜੇ ਉਹ ਸਵਾਲਾਂ ਤੋਂ ਨਾ ਭੱਜਦੇ, ਸਵਾਲਾਂ ਦੀ ਜਵਾਬਦੇਹੀ ਕਰਦੇ ਤਾਂ ਇਹ ਨੌਬਤ ਆਉਣੀ ਨਹੀਂ ਸੀ। ਉਹਨਾਂ ਨੇ ਕਿਹਾ ਇਹ ਨੌਬਤ ਹੀ ਤਾਂ ਆਈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਨਹੀਂ ਆਏ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6 ਮਹੀਨੇ ਪਹਿਲਾਂ ਏਡੀ ਕਿਹੜੀ ਕਾਹਲੀ ਹੋ ਗਈ। ਉਹਨਾਂ ਨੇ ਕਿਹਾ ਕਿ ਜੇ ਇਹ ਕਰਨਾ ਸੀ 2 ਮਹੀਨੇ ਪਹਿਲਾਂ ਹੁੰਦਾ, ਤੁਸੀਂ 6 ਮਹੀਨੇ ਕਰ ਰਹੇ ਹੋ। ਤਾਂ ਉਹਨਾਂ ਨੇ ਉਲਟਾ
ਇਹਨਾਂ ਦੇ ਉੱਪਰ ਹੀ ਇਲਜ਼ਾਮ ਲਾ ਦਿੱਤੇ ਕਿ ਤੁਸੀਂ ਸਾਡੇ ਸੰਘਰਸ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਵੱਡੇ ਹਮਲੇ ਕੀਤੇ ਆ ਔਰ ਉਹਦੇ ਵਿੱਚ ਕਈ ਗੱਲਾਂ ਵਾਜਿਬ ਵੀ ਜਾਪਦੀਆਂ ਨੇ। ਅਮਨ, ਫਿਰ ਇਹ ਨਹੀਂ ਲੱਗਦਾ ਕਿ ਜਿੱਥੇ ਸੂਬਾ ਇੱਕ ਪਾਸੇ ਅੰਦਰੂਨੀ ਜੰਗ ਦੀ ਅੱਗ ਦੇ ਵਿੱਚ ਝੋਕਿਆ ਜਾ ਰਿਹਾ ਹੈ, ਅੰਦਰੂਨੀ ਅੱਗ ਦੇ ਵਿੱਚ ਮੱਚ ਰਿਹਾ ਹੈ, ਕਿਤੇ ਕਿਸਾਨ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਕਿਤੇ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ, ਤਾਂ ਲੱਗਦਾ ਨਹੀਂ ਇਹ ਜਿਹੜਾ ਇਜਲਾਸ ਆ ਇਹ ਥੋੜਾ ਲੇਟ ਹੋ ਸਕਦਾ ਸੀ? ਦੇਖੋ, ਇਜਲਾਸ ਹੋਣਾ ਇਹ ਜੇ ਨਿੱਜੀ ਤੌਰ ਤੇ ਆਪਾਂ ਗੱਲ ਕਰੀਏ ਜਾਂ ਇੱਕ ਪੱਤਰਕਾਰ ਦੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਵਾਕਈ ਜਿਹੜਾ ਇਜਲਾਸ ਹੈ, ਦੇਖੋ ਹੁਣ ਸਾਹਮਣੇ ਬਿਲਡਿੰਗ ਹੈ, ਇਹ ਬਿਲਡਿੰਗ ਕਿਤੇ ਭੱਜ ਥੋੜੋ ਚੱਲੀ ਸੀ। ਪਰ ਸਵਾਲ ਇਹ ਆ ਵੀ ਹੁਣ ਜਦੋਂ ਤੁਸੀਂ ਇੱਕ ਧਾਰਮਿਕ ਮੁੱਦੇ ਨੂੰ ਲੈ ਕੇ ਇਜਲਾਸ ਰੱਖ ਲਿਆ ਤੇ ਇਹਦੇ ਵਿੱਚ ਹੁਣ ਕੀ ਇਕੱਲੇ ਤੁਸੀਂ ਧਾਰਮਿਕ ਮੁੱਦਿਆਂ ਨੂੰ ਕਵਰ ਕਰੋਗੇ? ਜਿਹੜੇ ਤਮਾਮ ਮੁੱਦੇ ਆ, ਜਿਹੜੇ ਸਵਾਲ ਖੜੇ ਹੋ ਰਹੇ ਆ ਸਰਕਾਰ ਤੇ, ਉਹਨਾਂ ਦੀ ਜਵਾਬਦੇਹੀ ਕੌਣ ਕਰੂਗਾ? ਸੋ ਸਵਾਲ ਇਹੀ ਹੈ ਨਾ ਕਿ ਇਸ ਨੂੰ ਕੀ ਮੁਲਤਵੀ ਕਰਕੇ ਪਿਓਰ ਪੋਲੀਟੀਕਲ ਨਹੀਂ ਰੱਖਿਆ ਜਾ ਸਕਦਾ ਸੀ, ਕਿਉਂਕਿ ਸੂਬੇ ਦੇ ਮੁੱਦੇ ਬਹੁਤ ਨੇ ਪਰ ਸਰਕਾਰ ਦੀ ਜਵਾਬਦੇਹੀ ਹੈ ਨਹੀਂ। ਔਰ ਮੈਨੂੰ ਲੱਗਦਾ ਕਿ ਸਰਕਾਰ ਨੇ ਇਸ ਨੂੰ ਧਾਰਮਿਕ ਰੰਗਤ ਇਸ ਕਰਕੇ ਦਿੱਤੀ ਹੈ ਕਿ ਇਸ ਨੂੰ ਉਹਦੇ ਵਿੱਚ ਹੀ ਕਵਰ ਕਰ ਲਿਆ ਜਾਵੇ, ਇੱਕ ਭੜੋਲੇ 'ਚ ਪਾ ਕੇ ਗੁੱਡੀ ਦੇ ਦਿੱਤੀ ਜਾਵੇ ਵੀ ਚਲੋ ਵੀ ਹੋ ਗਿਆ। ਔਰ ਮੁਲਤਵੀ ਉਹਦੇ ਵਿੱਚੋਂ ਵੀ ਮੁਲਤਵੀ ਹੋ ਗਿਆ, ਇੱਕ ਦਿਨ ਹੈ ਉਹਦੇ ਵਿੱਚੋਂ ਵੀ ਕੁਛ ਸਮਾਂ ਮੁਲਤਵੀ ਹੋ ਗਿਆ ਤਾਂ ਰਹਿ ਕੀ ਗਿਆ? ਫਿਰ ਵਿੱਚ ਖਾਣੇ ਪਾਣੀ ਦਾ ਟਾਈਮ ਹੋਰ ਉਰਾਂ ਪਰਾਂ, ਪਤਾ ਨਹੀਂ ਹੁਣ ਇਹ ਪਿਓਰ ਕਿੰਨਾ ਸਮਾਂ ਚੱਲਣਾ। ਪਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਕੈਪਟਨ ਹੈਗੇ ਆ, ਕਿਉਂਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਸੀ ਸਾਰੇ ਕਹਿ ਰਹੇ ਆ, ਲੋਕ ਵੀ ਕਹਿ ਰਹੇ ਆ ਕਿ ਪੂਰੇ ਨਹੀਂ ਹੋਏ। ਸੋ ਕਿਤੇ ਨਾ ਕਿਤੇ ਧਾਰਮਿਕ ਮੁੱਦੇ ਤੇ ਕਰਨਾ ਲੱਗਦਾ ਡੀਰੇਲ ਕਰਨ ਦੀ ਕੋਸ਼ਿਸ਼ ਹੈ, ਇਹਨੂੰ ਪਿਓਰ ਪੋਲੀਟੀਕਲ ਰੱਖਣਾ ਚਾਹੀਦਾ ਸੀਗਾ। ਕਿ ਹੁਣ ਧਾਰਮਿਕ ਮੁੱਦੇ ਤੇ ਹੀ ਇਕੱਲੀ ਚਰਚਾ ਹੋਊ ਜਾਂ ਬਾਕੀ ਮੁੱਦਿਆਂ ਨੂੰ ਛੇੜਿਆ ਜਾਊ, ਇਹ ਹੁਣ ਪਤਾ ਲੱਗ ਜਾਣਾ ਥੋੜੇ ਸਮੇਂ 'ਚ। ਜੀ ਜੀ ਜੀ। ਸੋ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਪਰ ਹੌਲੀ ਹੌਲੀ ਮਿਲਣਗੇ। ਸੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਹੈ। ਵਿਧਾਨ ਸਭਾ ਦੇ ਇਜਲਾਸ ਦੀ ਗੱਲ ਕਰੀਏ, ਅੱਜ ਬੁਲਾਇਆ ਗਿਆ ਹੈ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਾਇਆ ਗਿਆ ਹੈ। ਪਰ ਸਵਾਲ ਕਿਤੇ ਨਾ ਕਿਤੇ ਸਰਕਾਰ ਤੇ ਖੜੇ ਹੁੰਦੇ ਨੇ ਤੇ ਉਹਨਾਂ ਦੇ ਜੋ ਜਵਾਬ ਨੇ ਉਹ ਇਜਲਾਸ ਖਤਮ ਹੋਣ ਤੋਂ ਬਾਅਦ ਹੀ ਮਿਲਣਗੇ। ਸੋ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ ਟੀਵੀ। ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਦਾ ਜੋ ਇਜਲਾਸ ਹੈ ਉਹ ਅੱਜ ਬੁਲਾਇਆ ਗਿਆ ਸੀਗਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹੈ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੀ ਕਾਰਵਾਈ ਨੂੰ ਅਡਜਰਨ ਕਰ ਦਿੱਤਾ ਗਿਆ ਸੀ, 11:30 ਵਜੇ ਕਾਰਵਾਈ ਦੁਬਾਰਾ ਸ਼ੁਰੂ ਹੋਣੀ ਸੀ। ਸੋ ਇਸ ਪੂਰੇ ਸੈਸ਼ਨ ਨੂੰ ਲੈ ਕੇ ਜੋ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਾਥੀ ਅਮਨਪ੍ਰੀਤ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸੈਸ਼ਨ ਬਾਰੇ। ਬਹੁਤ ਬਹੁਤ ਸਵਾਗਤ ਹੈ ਅਮਨ ਜੀ। ਧੰਨਵਾਦ। ਸੋ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ, ਬਹੁਤ ਗੱਲਾਂ ਨੇ, ਜਿਵੇਂ ਕਿ ਖਾਸ ਤੌਰ ਤੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 400 ਸਾਲਾ ਜੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ, ਇਸ ਨੂੰ ਚੋਣਾਂ ਨੇੜੇ ਕਿਉਂ ਨਹੀਂ ਬੁਲਾਇਆ ਗਿਆ, ਇਸ ਖਾਸ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ ਤੇ ਕੀ ਗੱਲਾਂ ਇਹਦੇ ਵਿੱਚ ਅੱਜ ਡਿਸਕਸ ਹੋ ਸਕਦੀਆਂ ਨੇ? ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਿਲਕੁਲ ਜਿਹੜੀ ਹੈ ਉਹ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ। ਇਜਲਾਸ ਜਿਹੜਾ ਹੈ ਉਹ ਸੱਦਣਾ ਹੁੰਦਾ ਹੈ ਚੋਣਾਂ ਦੇ ਨੇੜੇ, ਖਾਸ ਕਰ ਕਿਉਂਕਿ ਇਹ ਕਾਨੂੰਨ ਦਾ ਇੱਕ ਪ੍ਰਾਵਧਾਨ ਹੈ। ਪਰ ਹੁਣ ਗੁਰੂ ਸਾਹਿਬ ਦੇ ਜਿਹੜੇ ਪੁਰਬ ਦੇ ਨਜ਼ਦੀਕ ਜਾਂ ਉਸ ਪੁਰਬ ਦਾ ਨਾਮ ਲੈ ਕੇ ਬੁਲਾਉਣਾ, ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਬੌਖਲਾਹਟ ਹੈ ਉਹਨੂੰ ਦਰਸਾ ਰਿਹਾ। ਕਿਉਂਕਿ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲੀਆ ਨਿਸ਼ਾਨ ਉੱਠਣੇ ਆ। ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਤਾਂ ਆਪਦਿਆਂ ਦੀ ਬਗਾਵਤ ਹੈ। ਹੁਣ ਆਪਣੇ ਆਪ ਦੇ ਹੀ ਬਗਾਵਤ ਤੇ ਉਤਰੇ ਹੋਏ ਆ। ਸੋ ਉਸ ਤੋਂ ਇਲਾਵਾ ਅਕਾਲੀ ਦਲ ਨੇ ਹਮਲੇ ਕਰਨੇ ਆ, ਆਮ ਆਦਮੀ ਪਾਰਟੀ ਨੇ ਹਮਲੇ ਕਰਨੇ ਆ। ਕੱਲ੍ਹ ਹੀ ਮੋਗਾ ਦੇ ਵਿੱਚ ਜਿਹੜਾ ਉਹ ਕਿਸਾਨਾਂ ਦੇ ਉੱਤੇ ਲਾਠੀਚਾਰਜ ਹੋਇਆ। ਸੋ ਸਵਾਲ ਬਹੁਤ ਹੈ, ਬੇਭਰੋਸਗੀ ਦਾ ਮਤਾ ਹੈ। ਸੋ ਸਰਕਾਰ ਨੂੰ ਲੱਗਦਾ ਕਿ ਜੇਕਰ ਧਾਰਮਿਕ ਰੰਗਤ ਦੇ ਨਾਲ ਬੁਲਾਵਾਂਗੇ, ਗੁਰੂ ਸਾਹਿਬ ਦੇ ਨਾਮ ਤੇ ਬੁਲਾਵਾਂਗੇ, ਉਹਦੇ ਵਿੱਚ ਦੇਖੋ ਕੀ ਹੁੰਦਾ ਨਾ ਕਿ ਜਿਵੇਂ ਹੁਣ ਗੁਰੂ ਸਾਹਿਬ ਦੇ ਨਾਮ ਤੇ ਬੁਲਾਇਆ, ਗੁਰੂ ਸਾਹਿਬ ਦੇ ਪੁਰਬ ਨੂੰ ਲੈ ਕੇ ਕੁਝ ਐਲਾਨ ਕਰਤੇ ਕਿ ਅਸੀਂ ਜੀ ਪੰਜਾਬ ਦੇ ਵਿੱਚ, ਤਾਂ ਜੇ ਕੋਈ ਹੋਰ ਮੁੱਦੇ ਨੂੰ ਲੈ ਕੇ ਹੰਗਾਮਾ ਖੜਾ ਕਰੂਗਾ ਤਾਂ ਉੱਥੇ ਸਰਕਾਰ ਇਹ ਕਹਿੰਦੇ ਦੇਖੋ ਜੀ ਜਿਹੜਾ ਅੱਜ ਦਾ ਇਜਲਾਸ ਸੀ ਇਹ ਗੁਰੂ ਸਾਹਿਬ ਨੂੰ ਸਮਰਪਿਤ ਸੀ। ਸੋ ਇਹਨਾਂ ਦਾ ਹੰਗਾਮਾ ਕਰਨਾ ਬੇਹੱਦ ਸ਼ਰਮਨਾਕ ਹੈ, ਇਹ ਇੱਕ ਬੇਅਦਬੀ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੇ ਆਪਦੀਆਂ ਨਾਕਾਮੀਆਂ ਜਾਂ ਜੋ ਕੰਮ ਉਹ ਨਹੀਂ ਕਰ ਸਕੀ ਜਾਂ ਜਿਹੜੇ ਉੱਤੇ ਸਵਾਲ ਉੱਠਣੇ ਸੀ ਉਹਨੂੰ ਦਬਾਉਣ ਦੇ ਲਈ ਇੱਕ ਧਰਮ ਦਾ ਜਿਹੜਾ ਮਤਲਬ ਇਸਤੇਮਾਲ ਕਰਨ ਦੀ ਜਿਹੜੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਧਾਰਮਿਕ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮੁੱਦੇ ਨੂੰ। ਪਰ ਜੇਕਰ ਆਪਾਂ ਗੱਲ ਕਰੀਏ ਸਿਆਸੀ ਪਾਰਟੀਆਂ ਦੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਵਿਪ ਵੀ ਜਾਰੀ ਕੀਤਾ ਗਿਆ ਹੈ ਕਿ ਜਦੋਂ ਤੱਕ ਪੂਰੀ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਇਹਦੇ ਵਿੱਚ ਸਭ ਨੂੰ ਸ਼ਾਮਿਲ ਹੋਣਾ ਪਵੇਗਾ। ਤੇ ਗੱਲ ਕਰੀਏ ਸਿਆਸੀ ਪਾਰਟੀਆਂ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਜੋ ਮੁੱਖ ਮੰਤਰੀ ਆ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਉਣਗੇ। ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਦੋਨੇ ਪਾਰਟੀਆਂ ਚਾਹੁੰਦੀਆਂ ਨੇ ਕਿ ਬੇਭਰੋਸਗੀ ਦਾ ਮਤਾ ਜੋ ਹੈ ਉਹ ਪਾ ਦਿੱਤਾ ਜਾਵੇ ਤੇ ਮੇਰੇ ਖਿਆਲ ਨਾਲ ਜਿਹੜੇ ਸਿੱਧੂ ਖੇਮਾ ਆ ਉਹ ਵੀ ਕੁਛ ਨਾ ਕੁਛ ਇਸ ਦੌਰਾਨ ਕਰ ਸਕਦਾ ਆ। ਕੀ ਕਹਿੰਦੇ ਹੋ ਇਸ ਪੂਰੇ ਸਿਨੈਰੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਵਿਪ ਜਾਰੀ ਕੀਤਾ ਗਿਆ ਨਾ ਪ੍ਰਦੀਪ ਜੀ,
ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਰਕਾਰ ਦੀ ਮਜਬੂਰੀ ਨੂੰ ਦਰਸਾਉਂਦਾ ਹੈ। ਉਹਦਾ ਕਾਰਨ ਇਹ ਹੈ ਕਿ ਦੇਖੋ ਇੱਕ ਖੇਮਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਹੈ ਉਹ ਨਾਰਾਜ਼ ਚੱਲ ਰਿਹਾ ਲਗਾਤਾਰ, ਠੀਕ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਜੇ ਬੇਭਰੋਸਗੀ ਦਾ ਮਤਾ ਪੈ ਗਿਆ ਤੇ ਸਾਡਾ ਵਿਰੋਧੀ ਖੇਮਾ ਆਇਆ ਨਾ ਤੇ ਸਾਡੀਆਂ ਵੋਟਾਂ ਘਟ ਗਈਆਂ। ਵੈਸੇ ਪਰ ਇਸ ਗੱਲ ਦੇ ਉੱਤੇ ਇੱਕ ਬਿਆਨ ਹੈ ਜਿਹੜਾ ਆਪਾਂ ਲਗਾਤਾਰ ਕਵਰ ਕੀਤਾ ਹੈ। ਜਿੱਦਣ ਮੀਟਿੰਗ ਹੁੰਦੀ ਹੈ ਉਹਨਾਂ ਨੇ ਕਿਹਾ ਜੀ ਕਿੰਨੇ ਕੁ ਵਿਧਾਇਕ ਆਏ, ਉਹਨਾਂ ਨੇ ਕਿਹਾ ਇੰਨੇ ਕੁ ਤਾਂ ਆ ਗਏ ਜਿੰਨਿਆਂ ਕੁ ਦੀ ਸਰਕਾਰ ਬਣਾਉਣ ਦੇ ਲਈ ਲੋੜ ਹੈ। ਸੋ ਵਿਪ ਜਾਰੀ ਕਰਨਾ ਯਾਨੀ ਕਿ ਵਿਪ ਦਾ ਮਤਲਬ ਕਿ ਹਰ ਇੱਕ ਵਿਧਾਇਕ ਨੂੰ ਹਾਜ਼ਰ ਹੋਣਾ ਪਵੇਗਾ। ਸੋ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਇਹ ਡਰ ਹੈ, ਇਹ ਬੌਖਲਾਹਟ ਹੈ ਕਿ ਜੇ ਸਾਡੀ ਮੈਜੋਰਿਟੀ ਘਟੂ ਤਾਂ ਸਾਡੇ ਤੇ ਉਂਗਲਾਂ ਉੱਠਣੀਆਂ। ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਪ ਦੇ ਜ਼ਰੀਏ। ਬਿਲਕੁਲ ਕੋਸ਼ਿਸ਼ ਕੀ, ਔਰ ਵਿਪ ਦੇ ਜ਼ਰੀਏ ਆਪਣਿਆਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਉਹਨਾਂ ਦਾ ਕਹਿਣਾ ਇਹ ਆ ਕਿ ਦੇਖੋ ਮੰਨ ਲਓ ਕਿ ਅੱਜ ਕੁਝ ਵਿਧਾਇਕ ਆਉਂਦੇ ਨਹੀਂ ਕਾਂਗਰਸ ਦੇ, ਤਾਂ ਵਿਰੋਧੀਆਂ ਦਾ ਇੱਕ ਸਵਾਲ ਹੋਰ ਹੋ ਜਾਣਾ ਕਿ ਦੇਖੋ ਜੀ ਇਹ ਕਾਹਦਾ ਸੈਸ਼ਨ ਸੀ, ਇਹਨਾਂ ਦੇ ਆਪਦੇ ਬੰਦੇ ਤਾਂ ਆਏ ਨਹੀਂ। ਤੇ ਔਰ ਦੂਜੀ ਗੱਲ ਬੇਭਰੋਸਗੀ ਦਾ ਮਤਾ ਇਸ ਤੋਂ ਪਹਿਲਾਂ ਵੀ ਖੱਟਰ ਸਰਕਾਰ ਨੂੰ ਸਾਹਮਣਾ ਕਰਨਾ ਪਿਆ। ਹਾਲਾਂਕਿ ਖੱਟਰ ਸਰਕਾਰ ਪਾਸ ਹੋ ਗਈ ਔਰ ਕੈਪਟਨ ਸਰਕਾਰ ਵੀ ਪਾਸ ਹੋ ਜਾਵੇਗੀ, ਕਿਉਂਕਿ ਦੇਖੋ 4 ਮਹੀਨੇ ਰਹਿ ਗਏ ਚੋਣਾਂ 'ਚ। ਇਹ ਬਹੁਤ ਰੇਅਰ ਹੁੰਦਾ ਕਿ ਸਰਕਾਰ ਡਿੱਗ ਜਾਵੇ। ਸੋ ਇਹ ਬੇਭਰੋਸਗੀ ਦਾ ਮਤਾ ਪੋਲੀਟੀਕਲ ਪਾਰਟੀਆਂ ਨੇ ਕਰਨਾ ਹੁੰਦਾ ਹੈ। ਸੱਤਾ ਧਿਰ ਹੁੰਦੀ ਆ, ਉਹਦੇ ਉੱਤੇ ਸਵਾਲ ਖੜੇ ਹੋਣੇ ਹੀ ਹੁੰਦੇ ਆ ਔਰ ਇਸ ਸਰਕਾਰ ਦੇ ਤਾਂ ਹੋਣੇ ਹੀ ਹੋਣੇ ਆ, ਕਿਉਂਕਿ ਲੋਕ ਵੀ ਸਵਾਲ ਖੜੇ ਕਰ ਰਹੇ ਆ। ਵਾਅਦੇ ਜ਼ਿਆਦਾ ਸੀ, ਕੰਮ ਘੱਟ ਹੋਏ ਆ। ਆਧਾਰ ਕੀ ਮੰਨਦੇ ਹੋ? 4 ਮਹੀਨੇ ਪਹਿਲਾਂ ਸਰਕਾਰ ਦੇ ਉੱਤੇ ਬੇਭਰੋਸਗੀ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸ ਆਧਾਰ ਤੇ ਪਾਉਣਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਅਕਾਲੀ ਦਲ ਦਾ ਬਿਲਕੁਲ ਇੱਥੇ ਜਿਹੜਾ ਸਪੌਟ ਹੈ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਘੁਮਾ ਕੇ ਵਿਖਾਉਣ। ਉਹ ਸਾਹਮਣੇ ਤੁਸੀਂ ਸਪੌਟ ਦੇਖ ਸਕਦੇ ਹੋ, ਜਿਹੜਾ ਉਹ ਸਾਹਮਣੇ ਵਾਲਾ ਸਪੌਟ ਹੈ। ਉੱਥੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਦੇ ਕੁਝ ਵਿਧਾਇਕਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਔਰ ਬੇਭਰੋਸਗੀ ਦੇ ਹੁਣ ਜੇ ਆਪਾਂ ਮਤਿਆਂ ਦੀ ਗੱਲ ਕਰ ਲਈਏ, ਬੇਭਰੋਸਗੀ ਇੱਕ ਤਾਂ ਉਹਨਾਂ ਨੇ ਕਿਹਾ ਜੀ ਘਰ ਘਰ ਨੌਕਰੀ, ਕੈਪਟਨ ਸਰਕਾਰ ਦਾ ਇੱਕ ਵਾਅਦਾ ਸੀ ਵੀ ਅਸੀਂ ਘਰ ਘਰ ਹਰ ਘਰ ਦੇ ਵਿੱਚ ਰੁਜ਼ਗਾਰ, ਘਰ ਘਰ ਦਾ ਮਤਲਬ ਹਰ ਘਰ ਰੁਜ਼ਗਾਰ। ਹੁਣ ਨੌਕਰੀ ਕਿਹੜੀ, ਉਹ 'ਚ ਲਿਖਿਆ ਤਾਂ ਹੋਇਆ ਨਹੀਂ ਸੀ ਪ੍ਰਾਈਵੇਟ ਕਿ ਸਰਕਾਰੀ, ਤਾਂ ਵਿਰੋਧੀ ਧਿਰ ਕਹਿੰਦੀ ਹੈ ਜੀ ਸਰਕਾਰੀ, ਪ੍ਰਾਈਵੇਟ ਦੀ ਤਾਂ ਸੈਲਰੀ ਬਹੁਤ ਘੱਟ ਆ। ਘਰ ਘਰ ਨੌਕਰੀ, ਸਮਾਰਟਫੋਨ ਦੇਣੇ, ਤੇ ਫਿਰ ਬੁਢਾਪਾ ਪੈਨਸ਼ਨ ਵਧਾਉਣਾ, ਸਗਨ ਸਕੀਮ ਵਧਾਉਣਾ, ਤਮਾਮ ਐਸੀਆਂ ਗੱਲਾਂ ਸੀ। ਫਿਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਆਟਾ ਦਾਲ ਮਿਲਦਾ ਅਸੀਂ ਨਾਲ ਪੱਤੀ ਤੇ ਹੋਰ ਵੀ ਸਮਾਨ ਦੇ ਦਿਆਂਗੇ। ਵੱਡਾ ਮਸਲਾ ਸੀਗਾ ਕਰਜ਼ਾ ਮਾਫੀ, ਘਰ ਘਰ ਨੌਕਰੀ, ਸਮਾਰਟਫੋਨ। ਔਰ ਉਹਨਾਂ ਨੇ ਕਿਹਾ ਕਿ ਪੂਰੇ ਨਹੀਂ ਹੋਏ। ਲੋਕਾਂ ਦਾ ਭਰੋਸਾ ਸਰਕਾਰ ਨੇ ਜਿੱਤ ਕੇ ਉਸ ਭਰੋਸੇ ਦੇ ਨਾਲ ਖਿਲਵਾੜ ਕੀਤਾ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਔਰ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤਾਂ ਸਿਸਮਾਂ ਤੋਂ ਨਿਕਲਦੇ ਹੀ ਨਹੀਂ, ਉਹ ਤਾਂ ਸਿਸਮਾਂ ਦੀਆਂ ਪਹਾੜੀਆਂ 'ਚ ਬੈਠੇ ਆ। ਇਹਨਾਂ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਤੇ ਅਕਾਲੀ ਦਲ ਨੇ ਬੇਭਰੋਸਗੀ ਦਾ ਜਿਹੜਾ ਮਤਾ ਉਹ ਲੈ ਕੇ ਆਉਣਾ ਹੈ। 18 ਨੁਕਾਤੀ ਏਜੰਡਾ ਹੈ ਕਾਂਗਰਸ ਸਰਕਾਰ ਦਾ, ਮੁੱਖ ਮੰਤਰੀ ਸਾਹਿਬ ਨੂੰ ਜੋ ਏਜੰਡਾ ਦਿੱਤਾ ਗਿਆ ਹੈ, ਲੱਗਦਾ ਕਿ ਉਹਨੂੰ ਲੈ ਕੇ ਵੀ ਅੱਜ ਸਵਾਲ ਜਵਾਬ ਹੋ ਸਕਦੇ ਆ। ਦੇਖੋ 18 ਨੁਕਾਤੀ ਜਿਹੜਾ ਏਜੰਡਾ ਹੈ ਉਹਦੇ ਬਾਰੇ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਆਪਾਂ ਪ੍ਰੋਫਾਈਲ ਨੂੰ ਲਗਾਤਾਰ ਟਰੈਕ ਕਰ ਰਹੇ ਹਾਂ। ਹੁਣ ਸਿੱਧੂ ਸਾਹਿਬ ਤਾਂ ਇਹ ਵੀ ਕਹਿ ਰਿਹਾ ਕਿ ਬਹੁਤ ਜਲਦੀ ਜਿਹੜੀ ਹੈ ਜਿਹੜਾ ਡਰੱਗ ਮਾਫੀਆ ਉਹਦੀ ਜਾਂਚ ਖੁੱਲ੍ਹਣ ਵਾਲੀ ਹੈ। ਪਰ ਉਹਦੇ ਉੱਤੇ ਕੱਲ੍ਹ ਆਮ ਆਦਮੀ ਪਾਰਟੀ ਨੇ ਜਿਹੜਾ ਸਵਾਲ ਵੀ ਖੜਾ ਕੀਤਾ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਨਹੀਂ ਹੋਣਾ ਚਾਹੀਦਾ, ਕਿਸੇ ਹੋਰ ਸਟੇਟ ਦੇ ਕੋਰਟ ਤੋਂ ਕਰਵਾ ਲਓ। ਕਿਉਂਕਿ ਇੱਕ ਪ੍ਰਾਈਵੇਟ ਵਕੀਲ ਨੇ ਮਤਾ ਪਾਇਆ, ਉਹਦੇ ਵਿੱਚ ਹਾਈ ਕੋਰਟ 'ਚ ਉਹਨੇ ਆਪਣੀ ਐਪਲੀਕੇਸ਼ਨ ਲਾਈ ਔਰ ਜੱਜ ਸਾਹਿਬ ਨੇ ਸੁਣਨ ਤੋਂ ਆਪਦੇ ਆਪ ਨੂੰ ਕਿਨਾਰਾ ਕਰ ਲਿਆ। ਸੋ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੈਪਟਨ ਦੀ ਜਿਹੜੀ ਹੈ ਉਹ ਸਿੱਧੂ ਦੇ ਨਾਲ ਸਹਿਮਤੀ ਬਣੀ ਸੀ। ਉਹ ਕਦੋਂ ਤੱਕ ਸ਼ੁਰੂ ਹੋਵੇਗਾ ਇਹ ਹਲੇ ਕੋਈ ਨਹੀਂ ਜਾਣਦਾ, ਪਰ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਪਟਨ ਜ਼ਰੂਰ ਹੈ, ਸਿੱਧੂ ਵੀ ਜ਼ਰੂਰ ਹੈ। ਕਿਉਂਕਿ ਉਹਨਾਂ ਨੇ ਕਿਹਾ ਕਿ ਆਪਸੀ ਖਾਨਾ ਜੰਗੀ ਕਰਕੇ ਲੋਕਾਂ ਦਾ ਕੀ ਕਸੂਰ ਆ। ਉਹ ਕਹਿੰਦੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹ ਕਿੱਧਰ ਜਾਣ, ਜਦੋਂ ਐਮਐਲਏ ਨੂੰ ਨਹੀਂ ਪਤਾ ਵੀ ਸਾਡਾ ਮੁੱਖ ਮੰਤਰੀ ਕੌਣ ਆ, ਅਸੀਂ ਮੁੱਖ ਮੰਤਰੀ ਦੀ ਮੰਨੀਏ ਕਿ ਪ੍ਰਧਾਨ ਦੀ ਮੰਨੀਏ, ਜਦੋਂ ਐਮਐਲਏ ਭੰਬਲ ਭੂਸੇ 'ਚ ਤਾਂ ਉਸ ਸੂਬੇ ਦੇ ਲੋਕ ਕਿੱਧਰ ਜਾਣ। ਇਸੇ ਸਵਾਲ ਨੂੰ ਲੈ ਕੇ ਨਿਸ਼ਾਨ ਜਿਹੜੇ ਆ ਉੱਠਦੇ ਆ। ਬਿਲਕੁਲ ਜੀ। ਤੇ ਕਿਸਾਨੀ ਦੀ ਗੱਲ ਕਰ ਲੈਂਦੇ ਆ। ਪਹਿਲਾਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਇਹ ਇੱਕ ਦਿਨ ਦਾ ਇਜਲਾਸ ਹੋਣ ਵਾਲਾ ਹੈ ਇਹ ਕਿਸਾਨੀ ਨੂੰ ਸਮਰਪਿਤ ਕੀਤਾ ਜਾਵੇ, ਪਰ ਅਜਿਹਾ ਫਿਲਹਾਲ ਨਹੀਂ ਦੇਖਣ ਨੂੰ ਮਿਲ ਰਿਹਾ ਹੈ। ਗੱਲ ਹੋ ਰਹੀ ਹੈ ਅੱਜ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ, ਤੇ ਕਿਸਾਨੀ ਨੂੰ ਕਿਤੇ ਨਾ ਕਿਤੇ ਪਛਾੜਦੇ ਨਜ਼ਰ ਆ ਰਹੇ ਨੇ, ਪਿੱਛੇ ਕਰਦੇ ਨਜ਼ਰ ਆ ਰਹੇ ਨੇ। ਕਿਉਂਕਿ ਬੀਤੇ ਦਿਨੀ ਬਹੁਤ ਸਾਰੀਆਂ ਘਟਨਾਵਾਂ ਹੋ ਗਈਆਂ। ਜਿਹੜੀ ਘਟਨਾ ਕੱਲ੍ਹ ਮੋਗਾ ਦੇ ਵਿੱਚ ਵਾਪਰੀ ਹੈ ਉਸ ਨੂੰ ਕਰਨਾਲ ਪਾਰਟ 2 ਦਾ ਨਾਮ ਦੇ ਦਿੱਤਾ ਗਿਆ ਹੈ। ਦੇਖੋ ਕਿਸਾਨੀ ਦੀ ਜੇਕਰ ਆਪਾਂ ਗੱਲ ਕਰ ਲਈਏ ਨਾ, ਕਿਸਾਨੀ ਨੂੰ ਤੁਸੀਂ ਕਿਹਾ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼, ਪਹਿਲਾਂ ਹੀ ਨਜ਼ਰਅੰਦਾਜ਼ ਹੈ। 9 ਮਹੀਨੇ ਜਿਹੜੇ ਹੈ ਉਹ ਦਿੱਲੀ ਜਿਹੜਾ ਲੱਗਿਆ ਹੋਇਆ ਉਹਨੂੰ ਹੋ ਗਏ ਆ, ਦਿੱਲੀ ਕਿਸਾਨ ਬੈਠੇ ਆ। ਉਸ ਤੋਂ ਬਾਅਦ ਬਸਤਾੜਾ ਦੇ ਵਿੱਚ, ਕਰਨਾਲ ਦੇ ਵਿੱਚ ਜੋ ਬਸਤਾੜਾ ਟੋਲ ਪਲਾਜ਼ਾ ਤੇ ਲਾਠੀਆਂ ਚੱਲੀਆਂ ਉਹਦੀ ਗੂੰਜ ਵਿਸ਼ਵ 'ਚ ਪਈ। ਉੱਥੇ ਇੱਕ ਖਹਿਰਾ ਜਿਹੜਾ ਹਰਜਿੰਦਰ ਖਹਿਰੇ ਤੇ ਸਵਾਲ ਉੱਠਿਆ ਕਿ ਸਰਦਾਰ ਨੇ ਡਾਂਗਾ ਮਾਰੀਆਂ, ਪਰ ਕੱਲ ਦੂਜਾ ਕਰਨਾਲ ਮੋਗੇ 'ਚ ਬਣਿਆ ਤੇ ਉੱਥੇ ਤਾਂ ਸਾਰੇ ਸਰਦਾਰ ਸੀ ਪੁਲਿਸ ਵਾਲੇ। ਉੱਥੇ ਤਾਂ ਕਿਵੇਂ ਖੋਦੇ ਮਾਰੇ ਗਏ, ਉਹਨਾਂ ਦੇ ਕੁੱਟਿਆ ਗਿਆ, ਲਹੂ ਲਹਾਨ ਹੋਏ।
ਉੱਥੇ ਸਵਾਲ ਕਿਤੇ ਪੈਦਾ ਹੋਣਗੇ ਕਿ ਉੱਥੇ ਕੋਈ ਹੋਰ ਧਰਮ ਦੀ ਸੀ, ਉੱਥੇ ਵੀ ਤਾਂ ਸਾਰੇ ਸਰਦਾਰ ਸੀ। ਅਸੀਂ ਆਪਾਂ ਹਰਜਿੰਦਰ ਢਿੱਲੋਂ ਨੂੰ ਕਲੀਨ ਚਿੱਟ ਨਹੀਂ ਦਿੰਦੇ, ਪਰ ਗੱਲ ਇਹ ਆ ਵੀ ਰੌਲਾ ਇੱਕ ਹਰਜਿੰਦਰ ਢਿੱਲੋਂ ਦਾ ਨਹੀਂ, ਰੌਲਾ ਇਹ ਆ ਕਿ ਇਹਨਾਂ ਨੂੰ ਆਰਡਰ ਦਿੰਦਾ ਕੌਣ ਆ? ਕਿ ਪੰਜਾਬ ਸਰਕਾਰ ਤੋਂ ਜਾਂ ਕਿਸੇ ਆਰਡਰ ਤੋਂ ਬਿਨਾਂ ਕਿਸੇ ਵੱਡੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸਿਪਾਹੀਆਂ ਨੇ ਉੱਥੇ ਜਿਹੜਾ ਲਾਠੀ ਚਾਰਜ ਕਰ ਦਿੱਤਾ। ਔਰ ਉਸ ਤੋਂ ਵੀ ਵੱਧ ਰੌਲਾ ਇਸ ਗੱਲ ਦਾ ਪੈ ਗਿਆ ਕਿ ਜਦੋਂ ਬਿਕਰਮਜੀਤ ਮਜੀਠੀਆ ਦਾ ਵਿਰੋਧ ਹੁੰਦਾ ਤਾਂ ਉਦੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੰਦੇ ਆ, ਕਹਿੰਦੇ ਜੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਹੈ, ਇਹ ਤਾਂ ਸਿਰਫ ਸਾਡਾ ਹੀ ਵਿਰੋਧ ਕਰਦੇ ਆ। ਜਿਹਦੇ ਉੱਤੇ ਕੱਲ ਆਪਾਂ ਲਾਈਵ ਟੀਵੀ ਦੇ ਉੱਤੇ ਚਲਾਇਆ, ਕੁਲਤਾਰ ਸੰਧਵਾ ਨੇ ਬਿਆਨ ਵੀ ਦਿੱਤਾ ਔਰ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਕਾਲੀ ਦਲ ਤੇ। ਯਾਨੀ ਕਿ ਵਾਰ ਪਲਟਵਾਰ ਹੋ ਰਿਹਾ, ਪਰ ਮੁੱਦਾ ਕੀ ਆ? ਕਿਸਾਨੀ ਦੀ ਜਿਹੜੀ ਗੰਭੀਰਤਾ, ਕਿਸਾਨੀ ਦੀ ਜਿਹੜੀ ਸਮੱਸਿਆ ਉਹ ਤਾਂ ਉੱਥੇ ਦੀ ਉੱਥੇ ਆ। ਪਰਨਾਲਾ ਉੱਥੇ ਦਾ ਉੱਥੇ ਰਹਿ ਗਿਆ। ਮੀਂਹ ਨਵਾਂ ਪਈ ਜਾਂਦਾ, ਪਰ ਪਤਨਾਲਾ ਇੱਕ ਇਹ ਕਹਿੰਦੇ ਆ ਜੀ ਅਸੀਂ ਨਹੀਂ ਜੀ, ਆਪ ਵਾਲੇ ਆ, ਉਹ ਨਹੀਂ ਜੀ, ਉਹ ਨੇ ਕੇਂਦਰ 'ਚ ਤਾਂ ਉਹਨਾਂ ਦੀ ਆ, ਸੂਬਾ ਕਹਿੰਦਾ ਜੀ ਕੇਂਦਰ ਕਰੂਗਾ। ਤੇ ਜਿਹੜੇ ਹੁਣ ਕੇਂਦਰ ਦੇ ਗੰਨਾ ਤਾਂ ਕੇਂਦਰ ਸੂਬੇ ਕੋਲ ਸੀ, ਉਹ ਵੀ ਧਰਨਾ ਲਵਾ ਕੇ ਰੇਟ ਲੈਣਾ ਪਿਆ। ਉਹ ਕੋਈ ਇਹ ਨਾ ਕਹੋ ਕਿ ਤੁਸੀਂ ਸਰਕਾਰ ਨੇ ਵਧਾਇਆ, ਉਹ ਤਾਂ ਧਰਨਾ ਲਾਉਣਾ। ਸੋ ਸਵਾਲ ਤਾਂ ਸਰਕਾਰਾਂ ਤੇ, ਵਿਰੋਧੀ ਧਿਰਾਂ ਤੇ, ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਹੈ। ਠੀਕ ਹੈ ਵੀ ਸੱਤਾ ਧਿਰ ਤੇ ਜ਼ਿਆਦਾ ਹੈ, ਪਰ ਇਹ ਨਹੀਂ ਹੈਗਾ ਕਿ ਵੀ ਦੂਜਿਆਂ ਨੂੰ ਬਰੀ ਕਰ ਦਿਆਂਗੇ। ਬਲਬੀਰ ਸਿੰਘ ਰਾਜੇਵਾਲ ਦਾ ਵੀ ਇੱਕ ਬਿਆਨ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਜਾਣ ਬੁੱਝ ਕੇ ਅਜਿਹੇ ਪ੍ਰੋਗਰਾਮ ਉਲੀਕੇ ਗਏ ਨੇ। ਹਾਲਾਂਕਿ ਇਹ ਪ੍ਰੋਗਰਾਮ ਚੋਣਾਂ ਦੇ ਨਜ਼ਦੀਕ ਹੁੰਦੇ ਨੇ, ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਪ੍ਰਚਾਰ ਦੇ ਲਈ ਪ੍ਰੋਗਰਾਮ ਕੀਤੇ ਜਾਂਦੇ ਨੇ, ਪਰ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੇ ਲਈ ਸਮੇਂ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਕਰ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਕੀ ਲੋੜ ਸੀ ਸੁਖਬੀਰ ਬਾਦਲ ਨੂੰ ਉੱਥੇ ਆਉਣ ਦੀ, ਜਦੋਂ ਕਿਸਾਨਾਂ ਵੱਲੋਂ ਆਲਰੇਡੀ ਇਹ ਮਤਾ ਪਕਾਇਆ ਗਿਆ ਹੈ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਹੋਣਾ ਹੀ ਹੋਣਾ ਹੈ। ਦੇਖੋ ਜਿਹੜਾ ਰਾਜੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਉਹਨਾਂ ਨੇ ਇਹ ਗੱਲ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ। ਜਦੋਂ ਵਿਰੋਧ ਹੁੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਤਾਂ ਉਹ ਪੋਲੀਟੀਕਲ ਪਾਰਟੀਆਂ ਪਤਾ ਕੀ ਆਖ ਦਿੰਦੀਆਂ ਕਿ ਜੀ ਕਿਸਾਨ ਮੋਰਚੇ ਨੇ ਤਾਂ ਕਿਹਾ ਇਕੱਲਾ ਭਾਜਪਾ ਦਾ ਵਿਰੋਧ ਕਰੋ, ਦੂਜੀਆਂ। ਪਰ ਬਲਬੀਰ ਸਿੰਘ ਰਾਜੇਵਾਲ ਨੇ ਜੋ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਦਾ ਇਹ ਅਸਲ ਕਿਸਾਨ ਮੋਰਚੇ ਦਾ ਇਹ ਰੂਲ ਸੀਗਾ। ਉਹਨਾਂ ਨੇ ਕਿਹਾ ਸੀ ਘਰਾਓ ਕਰੋ ਬੀਜੇਪੀ ਦਾ, ਪਰ ਸਵਾਲ ਸਾਰਿਆਂ ਨੂੰ ਪੁੱਛੋ। ਸਵਾਲ ਔਰ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਇਹ ਨੌਬਤ ਤਾਂ ਆਈ ਕਿਉਂਕਿ ਸੁਖਬੀਰ ਬਾਦਲ ਸਵਾਲਾਂ ਤੋਂ ਭੱਜ ਗਏ। ਉਹਨਾਂ ਨੇ ਕਿਹਾ ਜੇ ਉਹ ਸਵਾਲਾਂ ਤੋਂ ਨਾ ਭੱਜਦੇ, ਸਵਾਲਾਂ ਦੀ ਜਵਾਬਦੇਹੀ ਕਰਦੇ ਤਾਂ ਇਹ ਨੌਬਤ ਆਉਣੀ ਨਹੀਂ ਸੀ। ਉਹਨਾਂ ਨੇ ਕਿਹਾ ਇਹ ਨੌਬਤ ਹੀ ਤਾਂ ਆਈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਨਹੀਂ ਆਏ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6 ਮਹੀਨੇ ਪਹਿਲਾਂ ਏਡੀ ਕਿਹੜੀ ਕਾਹਲੀ ਹੋ ਗਈ। ਉਹਨਾਂ ਨੇ ਕਿਹਾ ਕਿ ਜੇ ਇਹ ਕਰਨਾ ਸੀ 2 ਮਹੀਨੇ ਪਹਿਲਾਂ ਹੁੰਦਾ, ਤੁਸੀਂ 6 ਮਹੀਨੇ ਕਰ ਰਹੇ ਹੋ। ਤਾਂ ਉਹਨਾਂ ਨੇ ਉਲਟਾ ਇਹਨਾਂ ਦੇ ਉੱਪਰ ਹੀ ਇਲਜ਼ਾਮ ਲਾ ਦਿੱਤੇ ਕਿ ਤੁਸੀਂ ਸਾਡੇ ਸੰਘਰਸ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਵੱਡੇ ਹਮਲੇ ਕੀਤੇ ਆ ਔਰ ਉਹਦੇ ਵਿੱਚ ਕਈ ਗੱਲਾਂ ਵਾਜਿਬ ਵੀ ਜਾਪਦੀਆਂ ਨੇ। ਅਮਨ, ਫਿਰ ਇਹ ਨਹੀਂ ਲੱਗਦਾ ਕਿ ਜਿੱਥੇ ਸੂਬਾ ਇੱਕ ਪਾਸੇ ਅੰਦਰੂਨੀ ਜੰਗ ਦੀ ਅੱਗ ਦੇ ਵਿੱਚ ਝੋਕਿਆ ਜਾ ਰਿਹਾ ਹੈ, ਅੰਦਰੂਨੀ ਅੱਗ ਦੇ ਵਿੱਚ ਮੱਚ ਰਿਹਾ ਹੈ, ਕਿਤੇ ਕਿਸਾਨ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਕਿਤੇ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ, ਤਾਂ ਲੱਗਦਾ ਨਹੀਂ ਇਹ ਜਿਹੜਾ ਇਜਲਾਸ ਆ ਇਹ ਥੋੜਾ ਲੇਟ ਹੋ ਸਕਦਾ ਸੀ? ਦੇਖੋ ਇਜਲਾਸ ਹੋਣਾ, ਇਹ ਜੇ ਨਿੱਜੀ ਤੌਰ ਤੇ ਆਪਾਂ ਗੱਲ ਕਰੀਏ ਜਾਂ ਇੱਕ ਪੱਤਰਕਾਰ ਦੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਵਾਕਈ ਜਿਹੜਾ ਇਜਲਾਸ ਹੈ, ਦੇਖੋ ਹੁਣ ਸਾਹਮਣੇ ਬਿਲਡਿੰਗ ਹੈ, ਇਹ ਬਿਲਡਿੰਗ ਕਿਤੇ ਭੱਜ ਥੋੜ੍ਹਾ ਚੱਲੀ ਸੀ। ਪਰ ਸਵਾਲ ਇਹ ਆ ਵੀ ਹੁਣ ਜਦੋਂ ਤੁਸੀਂ ਇੱਕ ਧਾਰਮਿਕ ਮੁੱਦੇ ਨੂੰ ਲੈ ਕੇ ਇਜਲਾਸ ਰੱਖ ਲਿਆ ਤੇ ਇਹਦੇ ਵਿੱਚ ਹੁਣ ਕੀ ਕੱਲੇ ਤੁਸੀਂ ਧਾਰਮਿਕ ਮੁੱਦਿਆਂ ਨੂੰ ਕਵਰ ਕਰੋਗੇ? ਜਿਹੜੇ ਤਮਾਮ ਮੁੱਦੇ ਆ, ਜਿਹੜੇ ਸਵਾਲ ਖੜੇ ਹੋ ਰਹੇ ਆ ਸਰਕਾਰ ਤੇ, ਉਹਨਾਂ ਦੀ ਜਵਾਬਦੇਹੀ ਕੌਣ ਕਰੂਗਾ? ਸੋ ਸਵਾਲ ਇਹੀ ਹੈ ਨਾ ਕਿ ਇਸ ਨੂੰ ਕੀ ਮੁਲਤਵੀ ਕਰਕੇ ਪਿਓਰ ਪੋਲੀਟੀਕਲ ਨਹੀਂ ਰੱਖਿਆ ਜਾ ਸਕਦਾ ਸੀ, ਕਿਉਂਕਿ ਸੂਬੇ ਦੇ ਮੁੱਦੇ ਬਹੁਤ ਨੇ ਪਰ ਸਰਕਾਰ ਦੀ ਜਵਾਬਦੇਹੀ ਹੈ ਨਹੀਂ। ਔਰ ਮੈਨੂੰ ਲੱਗਦਾ ਕਿ ਸਰਕਾਰ ਨੇ ਇਸ ਨੂੰ ਧਾਰਮਿਕ ਰੰਗਤ ਇਸ ਕਰਕੇ ਦਿੱਤੀ ਹੈ ਕਿ ਇਸ ਨੂੰ ਉਹਦੇ ਵਿੱਚ ਹੀ ਕਵਰ ਕਰ ਲਿਆ ਜਾਵੇ, ਇੱਕ ਭੜੋਲੇ 'ਚ ਪਾ ਕੇ ਗੁੱਡੀ ਦੇ ਦਿੱਤੀ ਜਾਵੇ ਵੀ ਚਲੋ ਵੀ ਹੋ ਗਿਆ। ਔਰ ਮੁਲਤਵੀ ਉਹਦੇ ਵਿੱਚੋਂ ਵੀ ਮੁਲਤਵੀ ਹੋ ਗਿਆ, ਇੱਕ ਦਿਨ ਹੈ ਉਹਦੇ ਵਿੱਚੋਂ ਵੀ ਕੁਛ ਸਮਾਂ ਮੁਲਤਵੀ ਹੋ ਗਿਆ ਤਾਂ ਰਹਿ ਕੀ ਗਿਆ? ਫਿਰ ਵਿੱਚ ਖਾਣੇ ਪਾਣੀ ਦਾ ਟਾਈਮ ਹੋਰ ਉਰਾਂ ਪਰਾਂ, ਪਤਾ ਨਹੀਂ ਹੁਣ ਇਹ ਪਿਓਰ ਕਿੰਨਾ ਸਮਾਂ ਚੱਲਣਾ। ਪਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਕੈਪਟਨ ਹੈਗੇ ਆ, ਕਿਉਂਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਸੀ ਸਾਰੇ ਕਹਿ ਰਹੇ ਆ, ਲੋਕ ਵੀ ਕਹਿ ਰਹੇ ਆ ਕਿ ਪੂਰੇ ਨਹੀਂ ਹੋਏ। ਸੋ ਕਿਤੇ ਨਾ ਕਿਤੇ ਧਾਰਮਿਕ ਮੁੱਦੇ ਤੇ ਕਰਨਾ ਲੱਗਦਾ ਡੀਰੇਲ ਕਰਨ ਦੀ ਕੋਸ਼ਿਸ਼ ਹੈ। ਇਹਨੂੰ ਪਿਓਰ ਪੋਲੀਟੀਕਲ ਰੱਖਣਾ ਚਾਹੀਦਾ ਸੀਗਾ। ਕਿ ਹੁਣ ਧਾਰਮਿਕ ਮੁੱਦੇ ਤੇ ਹੀ ਇਕੱਲੀ ਚਰਚਾ ਹੋਊ ਜਾਂ ਬਾਕੀ ਮੁੱਦਿਆਂ ਨੂੰ ਛੇੜਿਆ ਜਾਊ, ਇਹ ਹੁਣ ਪਤਾ ਲੱਗ ਜਾਣਾ ਥੋੜੇ ਸਮੇਂ 'ਚ। ਜੀ ਜੀ ਜੀ। ਸੋ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ, ਪਰ ਹੌਲੀ ਹੌਲੀ ਮਿਲਣਗੇ। ਸੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਹੈ। ਵਿਧਾਨ ਸਭਾ ਦੇ ਇਜਲਾਸ ਦੀ ਗੱਲ ਕਰੀਏ, ਅੱਜ ਬੁਲਾਇਆ ਗਿਆ ਹੈ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਾਇਆ ਗਿਆ ਹੈ। ਪਰ ਸਵਾਲ ਕਿਤੇ ਨਾ ਕਿਤੇ ਸਰਕਾਰ ਤੇ ਖੜੇ ਹੁੰਦੇ ਨੇ ਤੇ ਉਹਨਾਂ ਦੇ ਜੋ ਜਵਾਬ ਨੇ ਉਹ ਇਜਲਾਸ ਖਤਮ ਹੋਣ ਤੋਂ ਬਾਅਦ ਹੀ ਮਿਲਣਗੇ। ਸੋ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ ਟੀਵੀ। ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਦਾ ਜੋ ਇਜਲਾਸ ਹੈ ਉਹ ਅੱਜ ਬੁਲਾਇਆ ਗਿਆ ਸੀਗਾ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹੈ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੀ ਕਾਰਵਾਈ ਨੂੰ ਅਡਜਰਨ ਕਰ ਦਿੱਤਾ ਗਿਆ ਸੀ। 11:30 ਵਜੇ ਕਾਰਵਾਈ ਦੁਬਾਰਾ ਸ਼ੁਰੂ ਹੋਣੀ ਸੀ। ਸੋ ਇਸ ਪੂਰੇ ਸੈਸ਼ਨ ਨੂੰ ਲੈ ਕੇ ਜੋ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਾਥੀ ਅਮਨਪ੍ਰੀਤ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸੈਸ਼ਨ ਬਾਰੇ। ਬਹੁਤ ਬਹੁਤ ਸਵਾਗਤ ਹੈ ਅਮਨ ਜੀ। ਧੰਨਵਾਦ। ਸੋ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਬਹੁਤ ਗੱਲਾਂ ਨੇ, ਜਿਵੇਂ ਕਿ ਖਾਸ ਤੌਰ ਤੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 400 ਸਾਲਾ ਜੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ, ਇਸ ਨੂੰ ਚੋਣਾਂ ਨੇੜੇ ਕਿਉਂ ਨਹੀਂ ਬੁਲਾਇਆ ਗਿਆ, ਇਸ ਖਾਸ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ ਤੇ ਕੀ ਗੱਲਾਂ ਇਹਦੇ ਵਿੱਚ ਅੱਜ ਡਿਸਕਸ ਹੋ ਸਕਦੀਆਂ ਨੇ। ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਿਲਕੁਲ ਜਿਹੜੀ ਹੈ ਉਹ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ। ਇਜਲਾਸ ਜਿਹੜਾ ਉਹ ਸੱਦਣਾ ਹੁੰਦਾ ਹੈ ਚੋਣਾਂ ਦੇ ਨੇੜੇ, ਖਾਸ ਕਰ ਕਿਉਂਕਿ ਇਹ ਕਾਨੂੰਨ ਦਾ ਇੱਕ ਪ੍ਰਾਵਧਾਨ ਹੈ। ਪਰ ਹੁਣ ਗੁਰੂ ਸਾਹਿਬ ਦੇ ਜਿਹੜੇ ਪੁਰਬ ਦੇ ਨਜ਼ਦੀਕ ਜਾਂ ਉਸ ਪੁਰਬ ਦਾ ਨਾਮ ਲੈ ਕੇ ਬੁਲਾਉਣਾ, ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਬੌਖਲਾਹਟ ਹੈ ਉਹਨੂੰ ਦਰਸਾ ਰਿਹਾ। ਕਿਉਂਕਿ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲੀਆ ਨਿਸ਼ਾਨ ਉੱਠਣੇ ਆ। ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਤਾਂ ਆਪਦਿਆਂ ਦੀ ਬਗਾਵਤ ਹੈ। ਹੁਣ ਆਪਣੇ ਆਪ ਦੇ ਹੀ ਬਗਾਵਤ ਤੇ ਉਤਰੇ ਹੋਏ ਆ। ਸੋ ਉਸ ਤੋਂ ਇਲਾਵਾ ਅਕਾਲੀ ਦਲ ਨੇ ਹਮਲੇ ਕਰਨੇ ਆ, ਆਮ ਆਦਮੀ ਪਾਰਟੀ ਨੇ ਹਮਲੇ ਕਰਨੇ ਆ। ਕੱਲ੍ਹ ਹੀ ਮੋਗਾ ਦੇ ਵਿੱਚ ਜਿਹੜਾ ਉਹ ਕਿਸਾਨਾਂ ਦੇ ਉੱਤੇ ਲਾਠੀਚਾਰਜ ਹੋਇਆ। ਸੋ ਸਵਾਲ ਬਹੁਤ ਹੈ, ਬੇਭਰੋਸਗੀ ਦਾ ਮਤ ਹੈ। ਸੋ ਸਰਕਾਰ ਨੂੰ ਲੱਗਦਾ ਕਿ ਜੇਕਰ ਧਾਰਮਿਕ ਰੰਗਤ ਦੇ ਨਾਲ ਬੁਲਾਵਾਂਗੇ, ਗੁਰੂ ਸਾਹਿਬ ਦੇ ਨਾਮ ਤੇ ਬੁਲਾਵਾਂਗੇ, ਉਹਦੇ ਵਿੱਚ ਦੇਖੋ ਕੀ ਹੁੰਦਾ ਨਾ ਕਿ ਜਿਵੇਂ ਹੁਣ ਗੁਰੂ ਸਾਹਿਬ ਦੇ ਨਾਮ ਤੇ ਬੁਲਾਇਆ, ਗੁਰੂ ਸਾਹਿਬ ਦੇ ਪੁਰਬ ਨੂੰ ਲੈ ਕੇ ਕੁਝ ਐਲਾਨ ਕਰਤੇ ਕਿ ਅਸੀਂ ਜੀ ਪੰਜਾਬ ਦੇ ਵਿੱਚ, ਤਾਂ ਜੇ ਕੋਈ ਹੋਰ ਮੁੱਦੇ ਨੂੰ ਲੈ ਕੇ ਹੰਗਾਮਾ ਖੜਾ ਕਰੂਗਾ ਤਾਂ ਉੱਥੇ ਸਰਕਾਰ ਇਹ ਕਹੇ ਦੇਖੋ ਜੀ ਜਿਹੜਾ ਅੱਜ ਦਾ ਇਜਲਾਸ ਸੀ ਇਹ ਗੁਰੂ ਸਾਹਿਬ ਨੂੰ ਸਮਰਪਿਤ ਸੀ। ਸੋ ਇਹਨਾਂ ਦਾ ਹੰਗਾਮਾ ਕਰਨਾ ਬੇहद ਸ਼ਰਮਨਾਕ ਹੈ, ਇਹ ਇੱਕ ਬੇਅਦਬੀ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੇ ਆਪਦੀਆਂ ਨਾਕਾਮੀਆਂ ਜਾਂ ਜੋ ਕੰਮ ਉਹ ਨਹੀਂ ਕਰ ਸਕੀ ਜਾਂ ਜਿਹੜੇ ਉੱਤੇ ਸਵਾਲ ਉੱਠਣੇ ਸੀ ਉਹਨੂੰ ਦਬਾਉਣ ਦੇ ਲਈ ਇੱਕ ਧਰਮ ਦਾ ਜਿਹੜਾ ਮਤਲਬ ਇਸਤੇਮਾਲ ਕਰਨ ਦੀ ਜਿਹੜੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਧਾਰਮਿਕ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮੁੱਦੇ ਨੂੰ। ਪਰ ਜੇਕਰ ਆਪਾਂ ਗੱਲ ਕਰੀਏ ਸਿਆਸੀ ਪਾਰਟੀਆਂ ਦੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਵਿਪ ਵੀ ਜਾਰੀ ਕੀਤਾ ਗਿਆ ਹੈ ਕਿ ਜਦੋਂ ਤੱਕ ਪੂਰੀ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਇਹਦੇ ਵਿੱਚ ਸਭ ਨੂੰ ਸ਼ਾਮਿਲ ਹੋਣਾ ਪਵੇਗਾ। ਤੇ ਗੱਲ ਕਰੀਏ ਸਿਆਸੀ ਪਾਰਟੀਆਂ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਜੋ ਮੁੱਖ ਮੰਤਰੀ ਆ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਉਣਗੇ। ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਦੋਨੇ ਪਾਰਟੀਆਂ ਚਾਹੁੰਦੀਆਂ ਨੇ ਕਿ ਬੇਭਰੋਸਗੀ ਦਾ ਮਤਾ ਜੋ ਹੈ ਉਹ ਪਾ ਦਿੱਤਾ ਜਾਵੇ ਤੇ ਮੇਰੇ ਖਿਆਲ ਨਾਲ ਜਿਹੜੇ ਸਿੱਧੂ ਖੇਮਾ ਆ ਉਹ ਵੀ ਕੁਛ ਨਾ ਕੁਛ ਇਸ ਦੌਰਾਨ ਕਰ ਸਕਦਾ ਆ। ਕੀ ਕਹਿੰਦੇ ਹੋ ਇਸ ਪੂਰੇ ਸਿਨੈਰੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਵਿਪ ਜਾਰੀ ਕੀਤਾ ਗਿਆ ਨਾ ਪ੍ਰਦੀਪ ਜੀ, ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਰਕਾਰ ਦੀ ਮਜਬੂਰੀ ਨੂੰ ਦਰਸਾਉਂਦਾ ਹੈ। ਉਹਦਾ ਕਾਰਨ ਇਹ ਹੈ ਕਿ ਦੇਖੋ ਇੱਕ ਖੇਮਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਹੈ ਉਹ ਨਾਰਾਜ਼ ਚੱਲ ਰਿਹਾ ਲਗਾਤਾਰ, ਠੀਕ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਜੇ ਬੇਭਰੋਸਗੀ ਦਾ ਮਤਾ ਪੈ ਗਿਆ ਤੇ ਸਾਡਾ ਵਿਰੋਧੀ ਖੇਮਾ ਆਇਆ ਨਾ ਤੇ ਸਾਡੀਆਂ ਵੋਟਾਂ ਘਟ ਗਈਆਂ। ਵੈਸੇ ਪਰ ਇਸ ਗੱਲ ਦੇ ਉੱਤੇ ਇੱਕ ਬਿਆਨ ਹੈ ਜਿਹੜਾ ਆਪਾਂ ਲਗਾਤਾਰ ਕਵਰ ਕੀਤਾ ਹੈ। ਜਿੱਦਣ ਮੀਟਿੰਗ ਹੁੰਦੀ ਹੈ ਉਹਨਾਂ ਨੇ ਕਿਹਾ ਜੀ ਕਿੰਨੇ ਕੁ ਵਿਧਾਇਕ ਆਏ, ਉਹਨਾਂ ਨੇ ਕਿਹਾ ਇੰਨੇ ਕੁ ਤਾਂ ਆ ਗਏ ਜਿੰਨੇ ਕੁ ਦੀ ਸਰਕਾਰ ਬਣਾਉਣ ਦੇ ਲਈ ਲੋੜ ਹੈ। ਸੋ ਵਿਪ ਜਾਰੀ ਕਰਨਾ ਯਾਨੀ ਕਿ ਵਿਪ ਦਾ ਮਤਲਬ ਕਿ ਹਰ ਇੱਕ ਵਿਧਾਇਕ ਨੂੰ ਹਾਜ਼ਰ ਹੋਣਾ ਪਵੇਗਾ। ਸੋ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਇਹ ਡਰ ਹੈ, ਇਹ ਬੌਖਲਾਹਟ ਹੈ ਕਿ ਜੇ ਸਾਡੀ ਮੈਜੋਰਿਟੀ ਘਟੂ ਤਾਂ ਸਾਡੇ ਤੇ ਉਂਗਲਾਂ ਉੱਠਣੀਆਂ। ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਪ ਦੇ ਜ਼ਰੀਏ। ਬਿਲਕੁਲ ਕੋਸ਼ਿਸ਼ ਕੀ, ਔਰ ਵਿਪ ਦੇ ਜ਼ਰੀਏ ਆਪਣਿਆਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਉਹਨਾਂ ਦਾ ਕਹਿਣਾ ਇਹ ਆ ਕਿ ਦੇਖੋ ਮੰਨ ਲਓ ਕਿ ਅੱਜ ਕੁਝ ਵਿਧਾਇਕ ਆਉਂਦੇ ਨਹੀਂ ਕਾਂਗਰਸ ਦੇ, ਤਾਂ ਵਿਰੋਧੀਆਂ ਦਾ ਇੱਕ ਸਵਾਲ ਹੋਰ ਹੋ ਜਾਣਾ ਕਿ ਦੇਖੋ ਜੀ ਇਹ ਕਾਹਦਾ ਸੈਸ਼ਨ ਸੀ, ਇਹਨਾਂ ਦੇ ਆਪਦੇ ਬੰਦੇ ਤਾਂ ਆਏ ਨਹੀਂ। ਤੇ ਔਰ ਦੂਜੀ ਗੱਲ ਬੇਭਰੋਸਗੀ ਦਾ ਮਤਾ ਇਸ ਤੋਂ ਪਹਿਲਾਂ ਵੀ ਖੱਟਰ ਸਰਕਾਰ ਨੂੰ ਸਾਹਮਣਾ ਕਰਨਾ ਪਿਆ। ਹਾਲਾਂਕਿ ਖੱਟਰ ਸਰਕਾਰ ਪਾਸ ਹੋ ਗਈ ਔਰ ਕੈਪਟਨ ਸਰਕਾਰ ਵੀ ਪਾਸ ਹੋ ਜਾਵੇਗੀ, ਕਿਉਂਕਿ ਦੇਖੋ 4 ਮਹੀਨੇ ਰਹਿ ਗਏ ਚੋਣਾਂ 'ਚ। ਇਹ ਬਹੁਤ ਰੇਅਰ ਹੁੰਦਾ ਕਿ ਸਰਕਾਰ ਡਿੱਗ ਜਾਵੇ। ਸੋ ਇਹ ਬੇਭਰੋਸਗੀ ਦਾ ਮਤਾ ਪੋਲੀਟੀਕਲ ਪਾਰਟੀਆਂ ਨੇ ਕਰਨਾ ਹੁੰਦਾ। ਸੱਤਾ ਧਿਰ ਹੁੰਦੀ ਆ, ਉਹਦੇ ਉੱਤੇ ਸਵਾਲ ਖੜੇ ਹੋਣੇ ਹੀ ਹੁੰਦੇ ਆ ਔਰ ਇਸ ਸਰਕਾਰ ਤੇ ਤਾਂ ਹੋਣੇ ਹੀ ਹੋਣੇ ਆ, ਕਿਉਂਕਿ ਲੋਕ ਵੀ ਸਵਾਲ ਖੜੇ ਕਰ ਰਹੇ ਆ। ਵਾਅਦੇ ਜ਼ਿਆਦਾ ਸੀ, ਕੰਮ ਘੱਟ ਹੋਏ ਆ। ਆਧਾਰ ਕੀ ਮੰਨਦੇ ਹੋ? 4 ਮਹੀਨੇ ਪਹਿਲਾਂ ਸਰਕਾਰ ਦੇ ਉੱਤੇ ਬੇਭਰੋਸਗੀ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸ ਆਧਾਰ ਤੇ ਪਾਉਣਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਅਕਾਲੀ ਦਲ ਦਾ ਬਿਲਕੁਲ ਇੱਥੇ ਜਿਹੜਾ ਸਪੌਟ ਹੈ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਘੁਮਾ ਕੇ ਵਿਖਾਉਣ। ਉਹ ਸਾਹਮਣੇ ਤੁਸੀਂ ਸਪੌਟ ਦੇਖ ਸਕਦੇ ਹੋ। ਜਿਹੜਾ ਉਹ ਸਾਹਮਣੇ ਵਾਲਾ ਸਪੌਟ ਹੈ, ਉੱਥੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਦੇ ਕੁਝ ਵਿਧਾਇਕਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਔਰ ਬੇਭਰੋਸਗੀ ਦੇ ਹੁਣ ਜੇ ਆਪਾਂ ਮਤਿਆਂ ਦੀ ਗੱਲ ਕਰ ਲਈਏ, ਬੇਭਰੋਸਗੀ ਇੱਕ ਤਾਂ ਉਹਨਾਂ ਨੇ ਕਿਹਾ ਜੀ ਘਰ ਘਰ ਨੌਕਰੀ। ਕੈਪਟਨ ਸਰਕਾਰ ਦਾ ਇੱਕ ਵਾਅਦਾ ਸੀ ਵੀ ਅਸੀਂ ਘਰ ਘਰ, ਹਰ ਘਰ ਦੇ ਵਿੱਚ ਰੁਜ਼ਗਾਰ। ਘਰ ਘਰ ਦਾ ਮਤਲਬ ਹਰ ਘਰ ਰੁਜ਼ਗਾਰ। ਹੁਣ ਨੌਕਰੀ ਕਿਹੜੀ, ਉਹ 'ਚ ਲਿਖਿਆ ਤਾਂ ਹੋਇਆ ਨਹੀਂ ਸੀ ਪ੍ਰਾਈਵੇਟ ਕਿ ਸਰਕਾਰੀ। ਤਾਂ ਵਿਰੋਧੀ ਧਿਰ ਕਹਿੰਦੀ ਹੈ ਜੀ ਸਰਕਾਰੀ, ਪ੍ਰਾਈਵੇਟ ਦੀ ਤਾਂ ਸੈਲਰੀ ਬਹੁਤ ਘੱਟ ਆ। ਘਰ ਘਰ ਨੌਕਰੀ, ਸਮਾਰਟਫੋਨ ਦੇਣੇ ਤੇ ਫਿਰ ਬੁਢਾਪਾ ਪੈਨਸ਼ਨ ਵਧਾਉਣਾ, ਸਗਨ ਸਕੀਮ ਵਧਾਉਣਾ, ਤਮਾਮ ਐਸੀਆਂ ਗੱਲਾਂ ਸੀ। ਫਿਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਆਟਾ ਦਾਲ ਮਿਲਦਾ ਅਸੀਂ ਨਾਲ ਪੱਤੀ ਤੇ ਹੋਰ ਵੀ ਸਮਾਨ ਦੇ ਦਿਆਂਗੇ। ਵੱਡਾ ਮਸਲਾ ਸੀਗਾ ਕਰਜ਼ਾ ਮਾਫੀ।
ਘਰ ਘਰ ਨੌਕਰੀ, ਸਮਾਰਟਫੋਨ। ਔਰ ਉਹਨਾਂ ਨੇ ਕਿਹਾ ਕਿ ਇਹ ਪੂਰੇ ਨਹੀਂ ਹੋਏ। ਲੋਕਾਂ ਦਾ ਭਰੋਸਾ ਸਰਕਾਰ ਨੇ ਜਿੱਤ ਕੇ ਉਹ ਇਸ ਭਰੋਸੇ ਦੇ ਨਾਲ ਖਿਲਵਾੜ ਕੀਤਾ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਔਰ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤਾਂ ਸਿਸਮਾਂ ਤੋਂ ਨਿਕਲਦੇ ਹੀ ਨਹੀਂ, ਉਹ ਤਾਂ ਸਿਸਮਾਂ ਦੀਆਂ ਪਹਾੜੀਆਂ 'ਚ ਬੈਠੇ ਆ। ਇਹਨਾਂ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਤੇ ਅਕਾਲੀ ਦਲ ਨੇ ਬੇਭਰੋਸਗੀ ਦਾ ਜਿਹੜਾ ਮਤਾ ਹੈ ਉਹ ਲੈ ਕੇ ਆਉਣਾ ਹੈ। 18 ਅਨੁਕਾਤੀ ਏਜੰਡਾ ਹੈ ਕਾਂਗਰਸ ਸਰਕਾਰ ਦਾ, ਮੁੱਖ ਮੰਤਰੀ ਸਾਹਿਬ ਨੂੰ ਜੋ ਏਜੰਡਾ ਦਿੱਤਾ ਗਿਆ ਹੈ, ਲੱਗਦਾ ਕਿ ਉਹਨੂੰ ਲੈ ਕੇ ਵੀ ਅੱਜ ਸਵਾਲ ਜਵਾਬ ਹੋ ਸਕਦੇ ਆ। ਦੇਖੋ 18 ਅਨੁਕਾਤੀ ਜਿਹੜਾ ਏਜੰਡਾ ਹੈ ਉਹਦੇ ਬਾਰੇ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਆਪਾਂ ਪ੍ਰੋਫਾਈਲ ਨੂੰ ਲਗਾਤਾਰ ਟਰੈਕ ਕਰ ਰਹੇ ਹਾਂ, ਹੁਣ ਸਿੱਧੂ ਸਾਹਿਬ ਤਾਂ ਇਹ ਵੀ ਕਹਿ ਰਿਹਾ ਕਿ ਬਹੁਤ ਜਲਦੀ ਜਿਹੜੀ ਹੈ ਜਿਹੜਾ ਡਰੱਗ ਮਾਫੀਆ ਉਹਦੀ ਜਾਂਚ ਖੁੱਲ੍ਹਣ ਵਾਲੀ ਹੈ। ਪਰ ਉਹਦੇ ਉੱਤੇ ਕੱਲ੍ਹ ਆਮ ਆਦਮੀ ਪਾਰਟੀ ਨੇ ਜਿਹੜਾ ਸਵਾਲ ਵੀ ਖੜਾ ਕੀਤਾ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਨਹੀਂ ਹੋਣਾ ਚਾਹੀਦਾ, ਕਿਸੇ ਹੋਰ ਸਟੇਟ ਦੇ ਕੋਰਟ ਤੋਂ ਕਰਵਾ ਲਓ, ਕਿਉਂਕਿ ਇੱਕ ਪ੍ਰਾਈਵੇਟ ਵਕੀਲ ਨੇ ਮਤਾ ਪਾਇਆ ਉਹਦੇ ਵਿੱਚ ਹਾਈ ਕੋਰਟ 'ਚ ਉਹਨੇ ਆਪਣੀ ਐਪਲੀਕੇਸ਼ਨ ਲਾਈ ਔਰ ਜੱਜ ਸਾਹਿਬ ਨੇ ਸੁਣਨ ਤੋਂ ਆਪਦੇ ਆਪ ਨੂੰ ਕਿਨਾਰਾ ਕਰ ਲਿਆ। ਸੋ 18 ਅਨੁਕਾਤੀ ਪ੍ਰੋਗਰਾਮ ਦੇ ਉੱਤੇ ਕੈਪਟਨ ਦੀ ਜਿਹੜੀ ਹੈ ਉਹ ਸਿੱਧੂ ਦੇ ਨਾਲ ਸਹਿਮਤੀ ਬਣੀ ਸੀ। ਉਹ ਕਦੋਂ ਤੱਕ ਸ਼ੁਰੂ ਹੋਵੇਗਾ ਇਹ ਹਲੇ ਕੋਈ ਨਹੀਂ ਜਾਣਦਾ, ਪਰ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਪਟਨ ਜ਼ਰੂਰ ਹੈ, ਸਿੱਧੂ ਵੀ ਜ਼ਰੂਰ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਆਪਸੀ ਖਾਨਾ ਜੰਗੀ ਕਰਕੇ ਲੋਕਾਂ ਦਾ ਕੀ ਕਸੂਰ ਆ। ਉਹ ਕਹਿੰਦੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹ ਕਿੱਧਰ ਜਾਣ, ਜਦੋਂ ਐਮਐਲਏ ਨੂੰ ਨਹੀਂ ਪਤਾ ਵੀ ਸਾਡਾ ਮੁੱਖ ਮੰਤਰੀ ਕੌਣ ਆ, ਅਸੀਂ ਮੁੱਖ ਮੰਤਰੀ ਦੀ ਮੰਨੀਏ ਕਿ ਪ੍ਰਧਾਨ ਦੀ ਮੰਨੀਏ, ਜਦੋਂ ਐਮਐਲਏ ਭੰਬਲ ਭੂਸੇ 'ਚ ਤਾਂ ਉਸ ਸੂਬੇ ਦੇ ਲੋਕ ਕਿੱਧਰ ਜਾਣ। ਇਸੇ ਸਵਾਲ ਨੂੰ ਲੈ ਕੇ ਨਿਸ਼ਾਨ ਜਿਹੜੇ ਆ ਉੱਠਦੇ ਆ। ਬਿਲਕੁਲ ਜੀ। ਤੇ ਕਿਸਾਨੀ ਦੀ ਗੱਲ ਕਰ ਲੈਂਦੇ ਆ। ਪਹਿਲਾਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਇਹ ਇੱਕ ਦਿਨ ਦਾ ਇਜਲਾਸ ਹੋਣ ਵਾਲਾ ਹੈ ਇਹ ਕਿਸਾਨੀ ਨੂੰ ਸਮਰਪਿਤ ਕੀਤਾ ਜਾਵੇ, ਪਰ ਅਜਿਹਾ ਫਿਲਹਾਲ ਨਹੀਂ ਦੇਖਣ ਨੂੰ ਮਿਲ ਰਿਹਾ ਹੈ। ਗੱਲ ਹੋ ਰਹੀ ਹੈ ਅੱਜ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ, ਤੇ ਕਿਸਾਨੀ ਨੂੰ ਕਿਤੇ ਨਾ ਕਿਤੇ ਪਛਾੜਦੇ ਨਜ਼ਰ ਆ ਰਹੇ ਨੇ, ਪਿੱਛੇ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਬੀਤੇ ਦਿਨੀ ਬਹੁਤ ਸਾਰੀਆਂ ਘਟਨਾਵਾਂ ਹੋ ਗਈਆਂ। ਜਿਹੜੀ ਘਟਨਾ ਕੱਲ ਮੋਗਾ ਦੇ ਵਿੱਚ ਵਾਪਰੀ ਹੈ ਉਸ ਨੂੰ ਕਰਨਾਲ ਪਾਰਟ 2 ਦਾ ਨਾਮ ਦੇ ਦਿੱਤਾ ਗਿਆ ਹੈ। ਦੇਖੋ ਕਿਸਾਨੀ ਦੀ ਜੇਕਰ ਆਪਾਂ ਗੱਲ ਕਰ ਲਈਏ ਨਾ, ਕਿਸਾਨੀ ਨੂੰ ਤੁਸੀਂ ਕਿਹਾ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼, ਪਹਿਲਾਂ ਹੀ ਨਜ਼ਰਅੰਦਾਜ਼ ਹੈ। 9 ਮਹੀਨੇ ਜਿਹੜੇ ਹੈ ਉਹ ਦਿੱਲੀ ਜਿਹੜਾ ਲੱਗਿਆ ਹੋਇਆ ਉਹਨੂੰ ਹੋ ਗਏ ਆ, ਦਿੱਲੀ ਕਿਸਾਨ ਬੈਠੇ ਆ। ਉਸ ਤੋਂ ਬਾਅਦ ਬਸਤਾੜਾ ਦੇ ਵਿੱਚ, ਕਰਨਾਲ ਦੇ ਵਿੱਚ ਜੋ ਬਸਤਾੜਾ ਟੋਲ ਪਲਾਜ਼ਾ ਤੇ ਲਾਠੀਆਂ ਚੱਲੀਆਂ ਉਹਦੀ ਗੂੰਜ ਵਿਸ਼ਵ 'ਚ ਪਈ। ਉੱਥੇ ਇੱਕ ਖਹਿਰਾ ਜਿਹੜਾ ਹਰਜਿੰਦਰ ਖਹਿਰੇ ਤੇ ਸਵਾਲ ਉੱਠਿਆ ਕਿ ਸਰਦਾਰ ਨੇ ਡਾਂਗਾ ਮਾਰੀਆਂ, ਪਰ ਕੱਲ ਦੂਜਾ ਕਰਨਾਲ ਮੋਗੇ 'ਚ ਬਣਿਆ ਤੇ ਉੱਥੇ ਤਾਂ ਸਾਰੇ ਸਰਦਾਰ ਸੀ ਪੁਲਿਸ ਵਾਲੇ, ਉੱਥੇ ਤਾਂ ਕਿਵੇਂ ਖੋਦੇ ਮਾਰੇ ਗਏ, ਉਹਨਾਂ ਦੇ ਕੁੱਟਿਆ ਗਿਆ, ਲਹੂ ਲਹਾਨ ਹੋਏ। ਉੱਥੇ ਸਵਾਲ ਕਿਤੇ ਪੈਦਾ ਹੋਣਗੇ ਕਿ ਉੱਥੇ ਕੋਈ ਹੋਰ ਧਰਮ ਦੀ ਸੀ, ਉੱਥੇ ਵੀ ਤਾਂ ਸਾਰੇ ਸਰਦਾਰ ਸੀ। ਅਸੀਂ ਆਪਾਂ ਹਰਜਿੰਦਰ ਢਿੱਲੋਂ ਨੂੰ ਕਲੀਨ ਚਿੱਟ ਨਹੀਂ ਦਿੰਦੇ, ਪਰ ਗੱਲ ਇਹ ਆ ਵੀ ਇੱਕ ਰੌਲਾ ਇੱਕ ਹਰਜਿੰਦਰ ਢਿੱਲੋਂ ਦਾ ਨਹੀਂ, ਰੌਲਾ ਇਹ ਆ ਕਿ ਇਹਨਾਂ ਨੂੰ ਆਰਡਰ ਦਿੰਦਾ ਕੌਣ ਆ, ਕਿ ਪੰਜਾਬ ਸਰਕਾਰ ਤੋਂ ਜਾਂ ਕਿਸੇ ਆਰਡਰ ਤੋਂ ਬਿਨਾਂ ਕਿਸੇ ਵੱਡੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸਿਪਾਹੀਆਂ ਨੇ ਉੱਥੇ ਜਿਹੜਾ ਲਾਠੀ ਚਾਰਜ ਕਰ ਦਿੱਤਾ। ਔਰ ਉਸ ਤੋਂ ਵੀ ਵੱਧ ਰੌਲਾ ਇਸ ਗੱਲ ਦਾ ਪੈ ਗਿਆ ਕਿ ਜਦੋਂ ਬਿਕਰਮਜੀਤ ਮਜੀਠੀਆ ਦਾ ਵਿਰੋਧ ਹੁੰਦਾ ਤਾਂ ਉਸ ਤੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੰਦੇ ਆ, ਕਹਿੰਦੇ ਜੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਹੈ, ਇਹ ਤਾਂ ਸਿਰਫ ਸਾਡਾ ਹੀ ਵਿਰੋਧ ਕਰਦੇ ਆ। ਜਿਹਦੇ ਉੱਤੇ ਕੱਲ ਆਪਾਂ ਲਾਈਵ ਟੀਵੀ ਦੇ ਉੱਤੇ ਚਲਾਇਆ, ਕੁਲਤਾਰ ਸੰਧਵਾ ਨੇ ਬਿਆਨ ਵੀ ਦਿੱਤਾ ਔਰ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਕਾਲੀ ਦਲ ਤੇ। ਯਾਨੀ ਕਿ ਵਾਰ ਪਲਟਵਾਰ ਹੋ ਰਿਹਾ, ਪਰ ਮੁੱਦਾ ਕੀ ਆ, ਕਿਸਾਨੀ ਦੀ ਜਿਹੜੀ ਗੰਭੀਰਤਾ, ਕਿਸਾਨੀ ਦੀ ਜਿਹੜੀ ਸਮੱਸਿਆ ਉਹ ਤਾਂ ਉੱਥੇ ਦੀ ਉੱਥੇ ਹੈ। ਪਰਨਾਲਾ ਉੱਥੇ ਦਾ ਉੱਥੇ ਰਹਿ ਗਿਆ, ਮੀਂਹ ਨਵਾਂ ਪਈ ਜਾਂਦਾ, ਪਰ ਪਤਨਾਲਾ ਇੱਕ ਇਹ ਕਹਿੰਦੇ ਆ ਜੀ ਅਸੀਂ ਨਹੀਂ ਜੀ, ਆਪ ਵਾਲੇ ਆ, ਉਹ ਨਹੀਂ ਜੀ, ਉਹ ਨੇ ਕੇਂਦਰ 'ਚ ਤਾਂ ਉਹਨਾਂ ਦੀ ਸੂਬਾ ਕਹਿੰਦਾ ਜੀ ਕੇਂਦਰ ਕਰੂਗਾ। ਤੇ ਜਿਹੜੇ ਹੁਣ ਕੇਂਦਰ ਦੇ ਗੰਨਾ ਤਾਂ ਕੇਂਦਰ ਸੂਬੇ ਕੋਲ ਸੀ, ਉਹ ਵੀ ਧਰਨਾ ਲਵਾ ਕੇ ਰੇਟ ਲੈਣਾ ਪਿਆ। ਉਹ ਕੋਈ ਇਹ ਨਾ ਕਹੋ ਕਿ ਤੁਸੀਂ ਸਰਕਾਰ ਨੇ ਵਧਾਇਆ, ਉਹ ਤਾਂ ਧਰਨਾ ਲਾਉਣਾ। ਸੋ ਸਵਾਲ ਤਾਂ ਸਰਕਾਰਾਂ ਤੇ, ਵਿਰੋਧੀ ਧਿਰਾਂ ਤੇ, ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਹੈ। ਠੀਕ ਹੈ ਵੀ ਸੱਤਾ ਧਿਰ ਤੇ ਜ਼ਿਆਦਾ ਹੈ, ਪਰ ਇਹ ਨਹੀਂ ਹੈਗਾ ਕਿ ਵੀ ਦੂਜਿਆਂ ਨੂੰ ਬਰੀ ਕਰ ਦਿਆਂਗੇ। ਬਲਬੀਰ ਸਿੰਘ ਰਾਜੇਵਾਲ ਦਾ ਵੀ ਇੱਕ ਬਿਆਨ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਜਾਣ ਬੁੱਝ ਕੇ ਅਜਿਹੇ ਪ੍ਰੋਗਰਾਮ ਉਲੀਕੇ ਗਏ ਨੇ। ਹਾਲਾਂਕਿ ਇਹ ਪ੍ਰੋਗਰਾਮ ਚੋਣਾਂ ਦੇ ਨਜ਼ਦੀਕ ਹੁੰਦੇ ਨੇ, ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਪ੍ਰਚਾਰ ਦੇ ਲਈ ਪ੍ਰੋਗਰਾਮ ਕੀਤੇ ਜਾਂਦੇ ਨੇ, ਪਰ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੇ ਲਈ ਸਮੇਂ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਕਰ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਕੀ ਲੋੜ ਸੀ ਸੁਖਬੀਰ ਬਾਦਲ ਨੂੰ ਉੱਥੇ ਆਉਣ ਦੀ, ਜਦੋਂ ਕਿਸਾਨਾਂ ਵੱਲੋਂ ਆਲਰੇਡੀ ਇਹ ਮਤਾ ਪਕਾਇਆ ਗਿਆ ਹੈ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਹੋਣਾ ਹੀ ਹੋਣਾ। ਦੇਖੋ ਜਿਹੜਾ ਰਾਜੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਉਹਨਾਂ ਨੇ ਇਹ ਗੱਲ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ। ਜਦੋਂ ਵਿਰੋਧ ਹੁੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਤਾਂ ਉਹ ਪੋਲੀਟੀਕਲ ਪਾਰਟੀਆਂ ਪਤਾ ਕੀ ਆਖ ਦਿੰਦੀਆਂ ਕਿ ਜੀ ਕਿਸਾਨ ਮੋਰਚੇ ਨੇ ਤਾਂ ਕਿਹਾ ਇਕੱਲਾ ਭਾਜਪਾ ਦਾ ਵਿਰੋਧ ਕਰੋ, ਦੂਜੀਆਂ। ਪਰ ਬਲਬੀਰ ਸਿੰਘ ਰਾਜੇਵਾਲ ਨੇ ਜੋ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਦਾ ਇਹ ਅਸਲ ਕਿਸਾਨ ਮੋਰਚੇ ਦਾ ਇਹ ਰੂਲ ਸੀਗਾ। ਉਹਨਾਂ ਨੇ ਕਿਹਾ ਸੀ ਘਰਾਓ ਕਰੋ ਬੀਜੇਪੀ ਦਾ, ਪਰ ਸਵਾਲ ਸਾਰਿਆਂ ਨੂੰ ਪੁੱਛੋ। ਸਵਾਲ ਔਰ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਇਹ ਨੌਬਤ ਤਾਂ ਆਈ ਕਿਉਂਕਿ ਸੁਖਬੀਰ ਬਾਦਲ ਸਵਾਲਾਂ ਤੋਂ ਭੱਜ ਗਏ। ਉਹਨਾਂ ਨੇ ਕਿਹਾ ਜੇ ਉਹ ਸਵਾਲਾਂ ਤੋਂ ਨਾ ਭੱਜਦੇ, ਸਵਾਲਾਂ ਦੀ ਜਵਾਬਦੇਹੀ ਕਰਦੇ ਤਾਂ ਇਹ ਨੌਬਤ ਆਉਣੀ ਨਹੀਂ ਸੀ। ਉਹਨਾਂ ਨੇ ਕਿਹਾ ਇਹ ਨੌਬਤ ਹੀ ਤਾਂ ਆਈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਨਹੀਂ ਆਏ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6 ਮਹੀਨੇ ਪਹਿਲਾਂ ਏਡੀ ਕਿਹੜੀ ਕਾਹਲੀ ਹੋ ਗਈ। ਉਹਨਾਂ ਨੇ ਕਿਹਾ ਕਿ ਜੇ ਇਹ ਕਰਨਾ ਸੀ 2 ਮਹੀਨੇ ਪਹਿਲਾਂ ਹੁੰਦਾ, ਤੁਸੀਂ 6 ਮਹੀਨੇ ਕਰ ਰਹੇ ਹੋ। ਤਾਂ ਉਹਨਾਂ ਨੇ ਉਲਟਾ
ਇਹਨਾਂ ਦੇ ਉੱਪਰ ਹੀ ਇਲਜ਼ਾਮ ਲਾ ਦਿੱਤੇ ਕਿ ਤੁਸੀਂ ਸਾਡੇ ਸੰਘਰਸ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਵੱਡੇ ਹਮਲੇ ਕੀਤੇ ਆ ਔਰ ਉਹਦੇ ਵਿੱਚ ਕਈ ਗੱਲਾਂ ਵਾਜਿਬ ਵੀ ਜਾਪਦੀਆਂ ਨੇ। ਅਮਨ, ਫਿਰ ਇਹ ਨਹੀਂ ਲੱਗਦਾ ਕਿ ਜਿੱਥੇ ਸੂਬਾ ਇੱਕ ਪਾਸੇ ਅੰਦਰੂਨੀ ਜੰਗ ਦੀ ਅੱਗ ਦੇ ਵਿੱਚ ਝੋਕਿਆ ਜਾ ਰਿਹਾ ਹੈ, ਅੰਦਰੂਨੀ ਅੱਗ ਦੇ ਵਿੱਚ ਮੱਚ ਰਿਹਾ ਹੈ, ਕਿਤੇ ਕਿਸਾਨ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਕਿਤੇ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ, ਤਾਂ ਲੱਗਦਾ ਨਹੀਂ ਇਹ ਜਿਹੜਾ ਇਜਲਾਸ ਆ ਇਹ ਥੋੜਾ ਲੇਟ ਹੋ ਸਕਦਾ ਸੀ? ਦੇਖੋ, ਇਜਲਾਸ ਹੋਣਾ ਇਹ ਜੇ ਨਿੱਜੀ ਤੌਰ ਤੇ ਆਪਾਂ ਗੱਲ ਕਰੀਏ ਜਾਂ ਇੱਕ ਪੱਤਰਕਾਰ ਦੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਵਾਕਈ ਜਿਹੜਾ ਇਜਲਾਸ ਹੈ, ਦੇਖੋ ਹੁਣ ਸਾਹਮਣੇ ਬਿਲਡਿੰਗ ਹੈ, ਇਹ ਬਿਲਡਿੰਗ ਕਿਤੇ ਭੱਜ ਥੋੜੋ ਚੱਲੀ ਸੀ। ਪਰ ਸਵਾਲ ਇਹ ਆ ਵੀ ਹੁਣ ਜਦੋਂ ਤੁਸੀਂ ਇੱਕ ਧਾਰਮਿਕ ਮੁੱਦੇ ਨੂੰ ਲੈ ਕੇ ਇਜਲਾਸ ਰੱਖ ਲਿਆ ਤੇ ਇਹਦੇ ਵਿੱਚ ਹੁਣ ਕੀ ਗੱਲ ਹੈ, ਤੁਸੀਂ ਧਾਰਮਿਕ ਮੁੱਦਿਆਂ ਨੂੰ ਕਵਰ ਕਰੋਗੇ? ਜਿਹੜੇ ਤਮਾਮ ਮੁੱਦੇ ਆ, ਜਿਹੜੇ ਸਵਾਲ ਖੜੇ ਹੋ ਰਹੇ ਆ ਸਰਕਾਰ ਤੇ, ਉਹਨਾਂ ਦੀ ਜਵਾਬਦੇਹੀ ਕੌਣ ਕਰੂਗਾ? ਸੋ ਸਵਾਲ ਇਹੀ ਹੈ ਨਾ ਕਿ ਇਸ ਨੂੰ ਕੀ ਮੁਲਤਵੀ ਕਰਕੇ ਪਿਓਰ ਪੋਲੀਟੀਕਲ ਨਹੀਂ ਰੱਖਿਆ ਜਾ ਸਕਦਾ ਸੀ, ਕਿਉਂਕਿ ਸੂਬੇ ਦੇ ਮੁੱਦੇ ਬਹੁਤ ਨੇ ਪਰ ਸਰਕਾਰ ਦੀ ਜਵਾਬਦੇਹੀ ਹੈ ਨਹੀਂ। ਔਰ ਮੈਨੂੰ ਲੱਗਦਾ ਕਿ ਸਰਕਾਰ ਨੇ ਇਸ ਨੂੰ ਧਾਰਮਿਕ ਰੰਗਤ ਇਸ ਕਰਕੇ ਦਿੱਤੀ ਹੈ ਕਿ ਇਸ ਨੂੰ ਉਹਦੇ ਵਿੱਚ ਹੀ ਕਵਰ ਕਰ ਲਿਆ ਜਾਵੇ, ਇੱਕ ਭੜੋਲੇ 'ਚ ਪਾ ਕੇ ਗੁੱਡੀ ਦੇ ਦਿੱਤੀ ਜਾਵੇ ਵੀ ਚਲੋ ਵੀ ਹੋ ਗਿਆ। ਔਰ ਮੁਲਤਵੀ ਉਹਦੇ ਵਿੱਚੋਂ ਵੀ ਮੁਲਤਵੀ ਹੋ ਗਿਆ, ਇੱਕ ਦਿਨ ਹੈ ਉਹਦੇ ਵਿੱਚੋਂ ਵੀ ਕੁਛ ਸਮਾਂ ਮੁਲਤਵੀ ਹੋ ਗਿਆ ਤਾਂ ਰਹਿ ਕੀ ਗਿਆ? ਫਿਰ ਵਿੱਚ ਖਾਣੇ ਪਾਣੀ ਦਾ ਟਾਈਮ ਹੋਰ ਉਰਾਂ ਪਰਾਂ, ਪਤਾ ਨਹੀਂ ਹੁਣ ਇਹ ਪਿਓਰ ਕਿੰਨਾ ਸਮਾਂ ਚੱਲਣਾ। ਪਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਕੈਪਟਨ ਹੈਗੇ ਆ, ਕਿਉਂਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਸੀ ਸਾਰੇ ਕਹਿ ਰਹੇ ਆ, ਲੋਕ ਵੀ ਕਹਿ ਰਹੇ ਆ ਕਿ ਪੂਰੇ ਨਹੀਂ ਹੋਏ। ਸੋ ਕਿਤੇ ਨਾ ਕਿਤੇ ਧਾਰਮਿਕ ਮੁੱਦੇ ਤੇ ਕਰਨਾ ਲੱਗਦਾ ਡੀਰੇਲ ਕਰਨ ਦੀ ਕੋਸ਼ਿਸ਼ ਹੈ, ਇਹਨੂੰ ਪਿਓਰ ਪੋਲੀਟੀਕਲ ਰੱਖਣਾ ਚਾਹੀਦਾ ਸੀਗਾ। ਕਿ ਹੁਣ ਧਾਰਮਿਕ ਮੁੱਦੇ ਤੇ ਹੀ ਇਕੱਲੀ ਚਰਚਾ ਹੋਊ ਜਾਂ ਬਾਕੀ ਮੁੱਦਿਆਂ ਨੂੰ ਛੇੜਿਆ ਜਾਊ, ਇਹ ਹੁਣ ਪਤਾ ਲੱਗ ਜਾਣਾ ਥੋੜੇ ਸਮੇਂ 'ਚ। ਜੀ। ਸੋ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਪਰ ਹੌਲੀ ਹੌਲੀ ਮਿਲਣਗੇ। ਸੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਹੈ। ਵਿਧਾਨ ਸਭਾ ਦੇ ਇਜਲਾਸ ਦੀ ਗੱਲ ਕਰੀਏ, ਅੱਜ ਬੁਲਾਇਆ ਗਿਆ ਹੈ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਾਇਆ ਗਿਆ ਹੈ। ਪਰ ਸਵਾਲ ਕਿਤੇ ਨਾ ਕਿਤੇ ਸਰਕਾਰ ਤੇ ਖੜੇ ਹੁੰਦੇ ਨੇ ਤੇ ਉਹਨਾਂ ਦੇ ਜੋ ਜਵਾਬ ਨੇ ਉਹ ਇਜਲਾਸ ਖਤਮ ਹੋਣ ਤੋਂ ਬਾਅਦ ਹੀ ਮਿਲਣਗੇ। ਸੋ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ ਟੀਵੀ। ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਦਾ ਜੋ ਇਜਲਾਸ ਹੈ ਉਹ ਅੱਜ ਬੁਲਾਇਆ ਗਿਆ ਸੀਗਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹੈ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੀ ਕਾਰਵਾਈ ਨੂੰ ਅਡਜਰਨ ਕਰ ਦਿੱਤਾ ਗਿਆ ਸੀ, 11:30 ਵਜੇ ਕਾਰਵਾਈ ਦੁਬਾਰਾ ਸ਼ੁਰੂ ਹੋਣੀ ਸੀ। ਸੋ ਇਸ ਪੂਰੇ ਸੈਸ਼ਨ ਨੂੰ ਲੈ ਕੇ ਜੋ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਾਥੀ ਅਮਨਪ੍ਰੀਤ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸੈਸ਼ਨ ਬਾਰੇ। ਬਹੁਤ ਬਹੁਤ ਸਵਾਗਤ ਹੈ ਅਮਨ ਜੀ। ਧੰਨਵਾਦ। ਸੋ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ, ਬਹੁਤ ਗੱਲਾਂ ਨੇ, ਜਿਵੇਂ ਕਿ ਖਾਸ ਤੌਰ ਤੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 400 ਸਾਲਾ ਜੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ, ਇਸ ਨੂੰ ਚੋਣਾਂ ਨੇੜੇ ਕਿਉਂ ਨਹੀਂ ਬੁਲਾਇਆ ਗਿਆ, ਇਸ ਖਾਸ ਮੌਕੇ ਤੇ ਕਿਉਂ ਬੁਲਾਇਆ ਗਿਆ ਹੈ ਤੇ ਕੀ ਗੱਲਾਂ ਇਹਦੇ ਵਿੱਚ ਅੱਜ ਡਿਸਕਸ ਹੋ ਸਕਦੀਆਂ ਨੇ? ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਿਲਕੁਲ ਜਿਹੜੀ ਹੈ ਉਹ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ। ਇਜਲਾਸ ਜਿਹੜਾ ਉਹ ਸੱਦਣਾ ਹੁੰਦਾ ਹੈ ਚੋਣਾਂ ਦੇ ਨੇੜੇ, ਖਾਸ ਕਰ ਕਿਉਂਕਿ ਇਹ ਕਾਨੂੰਨ ਦਾ ਇੱਕ ਪ੍ਰਾਵਧਾਨ ਹੈ। ਪਰ ਹੁਣ ਗੁਰੂ ਸਾਹਿਬ ਦੇ ਜਿਹੜੇ ਪੁਰਬ ਦੇ ਨਜ਼ਦੀਕ ਜਾਂ ਉਸ ਪੁਰਬ ਦਾ ਨਾਮ ਲੈ ਕੇ ਬੁਲਾਉਣਾ, ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਬੌਖਲਾਹਟ ਹੈ ਉਹਨੂੰ ਦਰਸਾ ਰਿਹਾ। ਕਿਉਂਕਿ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਹੈ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲੀਆ ਨਿਸ਼ਾਨ ਉੱਠਣੇ ਆ। ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਤਾਂ ਆਪਦਿਆਂ ਦੀ ਬਗਾਵਤ ਹੈ। ਹੁਣ ਆਪਣੇ ਆਪ ਦੇ ਹੀ ਬਗਾਵਤ ਤੇ ਉਤਰੇ ਹੋਏ ਆ। ਸੋ ਉਸ ਤੋਂ ਇਲਾਵਾ ਅਕਾਲੀ ਦਲ ਨੇ ਹਮਲੇ ਕਰਨੇ ਆ, ਆਮ ਆਦਮੀ ਪਾਰਟੀ ਨੇ ਹਮਲੇ ਕਰਨੇ ਆ। ਕੱਲ੍ਹ ਹੀ ਮੋਗਾ ਦੇ ਵਿੱਚ ਜਿਹੜਾ ਉਹ ਕਿਸਾਨਾਂ ਦੇ ਉੱਤੇ ਲਾਠੀਚਾਰਜ ਹੋਇਆ। ਸੋ ਸਵਾਲ ਬਹੁਤ ਹੈ, ਬੇਭਰੋਸਗੀ ਦਾ ਮਤ ਹੈ। ਸੋ ਸਰਕਾਰ ਨੂੰ ਲੱਗਦਾ ਹੈ ਕਿ ਜੇਕਰ ਧਾਰਮਿਕ ਰੰਗਤ ਦੇ ਨਾਲ ਬੁਲਾਵਾਂਗੇ, ਗੁਰੂ ਸਾਹਿਬ ਦੇ ਨਾਮ ਤੇ ਬੁਲਾਵਾਂਗੇ, ਉਹਦੇ ਵਿੱਚ ਦੇਖੋ ਕੀ ਹੁੰਦਾ ਨਾ ਕਿ ਜਿਵੇਂ ਹੁਣ ਗੁਰੂ ਸਾਹਿਬ ਦੇ ਨਾਮ ਤੇ ਬੁਲਾਇਆ, ਗੁਰੂ ਸਾਹਿਬ ਦੇ ਪੁਰਬ ਨੂੰ ਲੈ ਕੇ ਕੁਝ ਐਲਾਨ ਕਰਤੇ ਕਿ ਅਸੀਂ ਜੀ ਪੰਜਾਬ ਦੇ ਵਿੱਚ, ਤਾਂ ਜੇ ਕੋਈ ਹੋਰ ਮੁੱਦੇ ਨੂੰ ਲੈ ਕੇ ਹੰਗਾਮਾ ਖੜਾ ਕਰੂਗਾ ਤਾਂ ਉੱਥੇ ਸਰਕਾਰ ਇਹ ਕਹਿੰਦੇ ਦੇਖੋ ਜੀ ਜਿਹੜਾ ਅੱਜ ਦਾ ਇਜਲਾਸ ਸੀ ਇਹ ਗੁਰੂ ਸਾਹਿਬ ਨੂੰ ਸਮਰਪਿਤ ਸੀ। ਸੋ ਇਹਨਾਂ ਦਾ ਹੰਗਾਮਾ ਕਰਨਾ ਬੇਹੱਦ ਸ਼ਰਮਨਾਕ ਹੈ, ਇਹ ਇੱਕ ਬੇਅਦਬੀ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੇ ਆਪਦੀਆਂ ਨਾਕਾਮੀਆਂ ਜਾਂ ਜੋ ਕੰਮ ਉਹ ਨਹੀਂ ਕਰ ਸਕੀ ਜਾਂ ਜਿਹੜੇ ਉੱਤੇ ਸਵਾਲ ਉੱਠਣੇ ਸੀ ਉਹਨੂੰ ਦਬਾਉਣ ਦੇ ਲਈ ਇੱਕ ਧਰਮ ਦਾ ਜਿਹੜਾ ਮਤਲਬ ਇਸਤੇਮਾਲ ਕਰਨ ਦੀ ਜਿਹੜੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਧਾਰਮਿਕ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮੁੱਦੇ ਨੂੰ। ਪਰ ਜੇਕਰ ਆਪਾਂ ਗੱਲ ਕਰੀਏ ਸਿਆਸੀ ਪਾਰਟੀਆਂ ਦੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਵਿਪ ਵੀ ਜਾਰੀ ਕੀਤਾ ਗਿਆ ਹੈ ਕਿ ਜਦੋਂ ਤੱਕ ਪੂਰੀ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਇਹਦੇ ਵਿੱਚ ਸਭ ਨੂੰ ਸ਼ਾਮਿਲ ਹੋਣਾ ਪਵੇਗਾ। ਤੇ ਗੱਲ ਕਰੀਏ ਸਿਆਸੀ ਪਾਰਟੀਆਂ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਜੋ ਮੁੱਖ ਮੰਤਰੀ ਆ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਉਣਗੇ। ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਦੋਨੇ ਪਾਰਟੀਆਂ ਚਾਹੁੰਦੀਆਂ ਨੇ ਕਿ ਬੇਭਰੋਸਗੀ ਦਾ ਮਤਾ ਜੋ ਹੈ ਉਹ ਪਾ ਦਿੱਤਾ ਜਾਵੇ ਤੇ ਮੇਰੇ ਖਿਆਲ ਨਾਲ ਜਿਹੜੇ ਸਿੱਧੂ ਖੇਮਾ ਆ ਉਹ ਵੀ ਕੁਛ ਨਾ ਕੁਛ ਇਸ ਦੌਰਾਨ ਕਰ ਸਕਦਾ ਆ। ਕੀ ਕਹਿੰਦੇ ਹੋ ਇਸ ਪੂਰੇ ਸਿਨੈਰੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਵਿਪ ਜਾਰੀ ਕੀਤਾ ਗਿਆ ਨਾ ਪ੍ਰਦੀਪ ਜੀ,
ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਰਕਾਰ ਦੀ ਮਜਬੂਰੀ ਨੂੰ ਦਰਸਾਉਂਦਾ ਹੈ। ਉਹਦਾ ਕਾਰਨ ਇਹ ਹੈ ਕਿ ਦੇਖੋ ਇੱਕ ਖੇਮਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਹੈ ਉਹ ਨਾਰਾਜ਼ ਚੱਲ ਰਿਹਾ ਲਗਾਤਾਰ, ਠੀਕ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਬੇਭਰੋਸਗੀ ਦਾ ਮਤਾ ਪੈ ਗਿਆ ਤੇ ਸਾਡਾ ਵਿਰੋਧੀ ਖੇਮਾ ਆਇਆ ਨਾ ਤੇ ਸਾਡੀਆਂ ਵੋਟਾਂ ਘਟ ਗਈਆਂ। ਵੈਸੇ ਪਰ ਇਸ ਗੱਲ ਦੇ ਉੱਤੇ ਇੱਕ ਬਿਆਨ ਹੈ ਜਿਹੜਾ ਆਪਾਂ ਲਗਾਤਾਰ ਕਵਰ ਕੀਤਾ ਹੈ। ਜਿੱਦਣ ਮੀਟਿੰਗ ਹੁੰਦੀ ਹੈ ਉਹਨਾਂ ਨੇ ਕਿਹਾ ਜੀ ਕਿੰਨੇ ਕੁ ਵਿਧਾਇਕ ਆਏ, ਉਹਨਾਂ ਨੇ ਕਿਹਾ ਇੰਨੇ ਕੁ ਤਾਂ ਆ ਗਏ ਜਿੰਨੇ ਕੁ ਦੀ ਸਰਕਾਰ ਬਣਾਉਣ ਦੇ ਲਈ ਲੋੜ ਹੈ। ਸੋ ਵਿਪ ਜਾਰੀ ਕਰਨਾ ਯਾਨੀ ਕਿ ਵਿਪ ਦਾ ਮਤਲਬ ਕਿ ਹਰ ਇੱਕ ਵਿਧਾਇਕ ਨੂੰ ਹਾਜ਼ਰ ਹੋਣਾ ਪਵੇਗਾ। ਸੋ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਇਹ ਡਰ ਹੈ, ਇਹ ਬੌਖਲਾਹਟ ਹੈ ਕਿ ਜੇ ਸਾਡੀ ਮੈਜੋਰਿਟੀ ਘਟੂ ਤਾਂ ਸਾਡੇ ਤੇ ਉਂਗਲਾਂ ਉੱਠਣੀਆਂ। ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਪ ਦੇ ਜ਼ਰੀਏ। ਬਿਲਕੁਲ ਕੋਸ਼ਿਸ਼ ਕੀ, ਔਰ ਵਿਪ ਦੇ ਜ਼ਰੀਏ ਆਪਣਿਆਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਉਹਨਾਂ ਦਾ ਕਹਿਣਾ ਇਹ ਆ ਕਿ ਦੇਖੋ ਮੰਨ ਲਓ ਕਿ ਅੱਜ ਕੁਝ ਵਿਧਾਇਕ ਆਉਂਦੇ ਨਹੀਂ ਕਾਂਗਰਸ ਦੇ, ਤਾਂ ਵਿਰੋਧੀਆਂ ਦਾ ਇੱਕ ਸਵਾਲ ਹੋਰ ਹੋ ਜਾਣਾ ਕਿ ਦੇਖੋ ਜੀ ਇਹ ਕਾਹਦਾ ਸੈਸ਼ਨ ਸੀ, ਇਹਨਾਂ ਦੇ ਆਪਦੇ ਬੰਦੇ ਤਾਂ ਆਏ ਨਹੀਂ। ਤੇ ਔਰ ਦੂਜੀ ਗੱਲ ਬੇਭਰੋਸਗੀ ਦਾ ਮਤਾ ਇਸ ਤੋਂ ਪਹਿਲਾਂ ਵੀ ਖੱਟਰ ਸਰਕਾਰ ਨੂੰ ਸਾਹਮਣਾ ਕਰਨਾ ਪਿਆ। ਹਾਲਾਂਕਿ ਖੱਟਰ ਸਰਕਾਰ ਪਾਸ ਹੋ ਗਈ ਔਰ ਕੈਪਟਨ ਸਰਕਾਰ ਵੀ ਪਾਸ ਹੋ ਜਾਵੇਗੀ, ਕਿਉਂਕਿ ਦੇਖੋ 4 ਮਹੀਨੇ ਰਹਿ ਗਏ ਚੋਣਾਂ 'ਚ। ਇਹ ਬਹੁਤ ਰੇਅਰ ਹੁੰਦਾ ਕਿ ਸਰਕਾਰ ਡਿੱਗ ਜਾਵੇ। ਸੋ ਇਹ ਬੇਭਰੋਸਗੀ ਦਾ ਮਤਾ ਪੋਲੀਟੀਕਲ ਪਾਰਟੀਆਂ ਨੇ ਕਰਨਾ ਹੁੰਦਾ। ਸੱਤਾ ਧਿਰ ਹੁੰਦੀ ਆ, ਉਹਦੇ ਉੱਤੇ ਸਵਾਲ ਖੜੇ ਹੋਣੇ ਹੀ ਹੁੰਦੇ ਆ ਔਰ ਇਸ ਸਰਕਾਰ ਤੇ ਤਾਂ ਹੋਣੇ ਹੀ ਹੋਣੇ ਆ, ਕਿਉਂਕਿ ਲੋਕ ਵੀ ਸਵਾਲ ਖੜੇ ਕਰ ਰਹੇ ਆ। ਵਾਅਦੇ ਜ਼ਿਆਦਾ ਸੀ, ਕੰਮ ਘੱਟ ਹੋਏ ਆ। ਆਧਾਰ ਕੀ ਮੰਨਦੇ ਹੋ? 4 ਮਹੀਨੇ ਪਹਿਲਾਂ ਸਰਕਾਰ ਦੇ ਉੱਤੇ ਬੇਭਰੋਸਗੀ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸ ਆਧਾਰ ਤੇ ਪਾਉਣਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਅਕਾਲੀ ਦਲ ਦਾ ਬਿਲਕੁਲ ਇੱਥੇ ਜਿਹੜਾ ਸਪੌਟ ਹੈ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਘੁਮਾ ਕੇ ਵਿਖਾਉਣ। ਉਹ ਸਾਹਮਣੇ ਤੁਸੀਂ ਸਪੌਟ ਦੇਖ ਸਕਦੇ ਹੋ। ਜਿਹੜਾ ਉਹ ਸਾਹਮਣੇ ਵਾਲਾ ਸਪੌਟ ਹੈ, ਉੱਥੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਦੇ ਕੁਝ ਵਿਧਾਇਕਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਔਰ ਬੇਭਰੋਸਗੀ ਦੇ ਹੁਣ ਜੇ ਆਪਾਂ ਮਤਿਆਂ ਦੀ ਗੱਲ ਕਰ ਲਈਏ, ਬੇਭਰੋਸਗੀ ਇੱਕ ਤਾਂ ਉਹਨਾਂ ਨੇ ਕਿਹਾ ਜੀ ਘਰ ਘਰ ਨੌਕਰੀ। ਕੈਪਟਨ ਸਰਕਾਰ ਦਾ ਇੱਕ ਵਾਅਦਾ ਸੀ ਵੀ ਅਸੀਂ ਘਰ ਹਰ ਘਰ ਦੇ ਵਿੱਚ ਰੁਜ਼ਗਾਰ, ਘਰ ਦਾ ਮਤਲਬ ਹਰ ਘਰ ਰੁਜ਼ਗਾਰ। ਹੁਣ ਨੌਕਰੀ ਕਿਹੜੀ, ਉਹ 'ਚ ਲਿਖਿਆ ਤਾਂ ਹੋਇਆ ਨਹੀਂ ਸੀ ਪ੍ਰਾਈਵੇਟ ਕਿ ਸਰਕਾਰੀ। ਤਾਂ ਵਿਰੋਧੀ ਧਿਰ ਕਹਿੰਦੀ ਹੈ ਜੀ ਸਰਕਾਰੀ, ਪ੍ਰਾਈਵੇਟ ਦੀ ਤਾਂ ਸੈਲਰੀ ਬਹੁਤ ਘੱਟ ਆ। ਘਰ ਨੌਕਰੀ, ਸਮਾਰਟਫੋਨ ਦੇਣੇ, ਤੇ ਫਿਰ ਬੁਢਾਪਾ ਪੈਨਸ਼ਨ ਵਧਾਉਣਾ, ਸਗਨ ਸਕੀਮ ਵਧਾਉਣਾ, ਤਮਾਮ ਐਸੀਆਂ ਗੱਲਾਂ ਸੀ। ਫਿਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਆਟਾ ਦਾਲ ਮਿਲਦਾ ਅਸੀਂ ਨਾਲ ਪੱਤੀ ਤੇ ਹੋਰ ਵੀ ਸਮਾਨ ਦੇ ਦਿਆਂਗੇ। ਵੱਡਾ ਮਸਲਾ ਸੀਗਾ ਕਰਜ਼ਾ ਮਾਫੀ, ਘਰ ਨੌਕਰੀ, ਸਮਾਰਟਫੋਨ। ਔਰ ਉਹਨਾਂ ਨੇ ਕਿਹਾ ਕਿ ਇਹ ਪੂਰੇ ਨਹੀਂ ਹੋਏ। ਲੋਕਾਂ ਦਾ ਭਰੋਸਾ ਸਰਕਾਰ ਨੇ ਜਿੱਤ ਕੇ ਉਸ ਭਰੋਸੇ ਦੇ ਨਾਲ ਖਿਲਵਾੜ ਕੀਤਾ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਔਰ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਤਾਂ ਸਿਸਮਾਂ ਤੋਂ ਨਿਕਲਦੇ ਹੀ ਨਹੀਂ, ਉਹ ਤਾਂ ਸਿਸਮਾਂ ਦੀਆਂ ਪਹਾੜੀਆਂ 'ਚ ਬੈਠੇ ਆ। ਇਹਨਾਂ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਤੇ ਅਕਾਲੀ ਦਲ ਨੇ ਬੇਭਰੋਸਗੀ ਦਾ ਜਿਹੜਾ ਮਤਾ ਉਹ ਲੈ ਕੇ ਆਉਣਾ ਹੈ। 18 ਨੁਕਾਤੀ ਏਜੰਡਾ ਹੈ ਕਾਂਗਰਸ ਸਰਕਾਰ ਦਾ, ਮੁੱਖ ਮੰਤਰੀ ਸਾਹਿਬ ਨੂੰ ਜੋ ਏਜੰਡਾ ਦਿੱਤਾ ਗਿਆ ਹੈ, ਲੱਗਦਾ ਕਿ ਉਹਨੂੰ ਲੈ ਕੇ ਵੀ ਅੱਜ ਸਵਾਲ ਜਵਾਬ ਹੋ ਸਕਦੇ ਆ। ਦੇਖੋ 18 ਨੁਕਾਤੀ ਜਿਹੜਾ ਏਜੰਡਾ ਹੈ ਉਹਦੇ ਬਾਰੇ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਆਪਾਂ ਪ੍ਰੋਫਾਈਲ ਨੂੰ ਲਗਾਤਾਰ ਟਰੈਕ ਕਰ ਰਹੇ ਹਾਂ। ਹੁਣ ਸਿੱਧੂ ਸਾਹਿਬ ਤਾਂ ਇਹ ਵੀ ਕਹਿ ਰਿਹਾ ਕਿ ਬਹੁਤ ਜਲਦੀ ਜਿਹੜਾ ਡਰੱਗ ਮਾਫੀਆ ਉਹਦੀ ਜਾਂਚ ਖੁੱਲ੍ਹਣ ਵਾਲੀ ਹੈ। ਪਰ ਉਹਦੇ ਉੱਤੇ ਕੱਲ੍ਹ ਆਮ ਆਦਮੀ ਪਾਰਟੀ ਨੇ ਜਿਹੜਾ ਸਵਾਲ ਵੀ ਖੜਾ ਕੀਤਾ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਨਹੀਂ ਹੋਣਾ ਚਾਹੀਦਾ, ਕਿਸੇ ਹੋਰ ਸਟੇਟ ਦੇ ਕੋਰਟ ਤੋਂ ਕਰਵਾ ਲਓ। ਕਿਉਂਕਿ ਇੱਕ ਪ੍ਰਾਈਵੇਟ ਵਕੀਲ ਨੇ ਮਤਾ ਪਾਇਆ, ਉਹਦੇ ਵਿੱਚ ਹਾਈ ਕੋਰਟ 'ਚ ਉਹਨੇ ਆਪਣੀ ਐਪਲੀਕੇਸ਼ਨ ਲਾਈ ਔਰ ਜੱਜ ਸਾਹਿਬ ਨੇ ਸੁਣਨ ਤੋਂ ਆਪਦੇ ਆਪ ਨੂੰ ਕਿਨਾਰਾ ਕਰ ਲਿਆ। ਸੋ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੈਪਟਨ ਦੀ ਜਿਹੜੀ ਹੈ ਉਹ ਸਿੱਧੂ ਦੇ ਨਾਲ ਸਹਿਮਤੀ ਬਣੀ ਸੀ। ਉਹ ਕਦੋਂ ਤੱਕ ਸ਼ੁਰੂ ਹੋਵੇਗਾ ਇਹ ਹਲੇ ਕੋਈ ਨਹੀਂ ਜਾਣਦਾ। ਪਰ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਪਟਨ ਜ਼ਰੂਰ ਹੈ, ਸਿੱਧੂ ਵੀ ਜ਼ਰੂਰ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਆਪਸੀ ਖਾਨਾ ਜੰਗੀ ਕਰਕੇ ਲੋਕਾਂ ਦਾ ਕੀ ਕਸੂਰ ਆ। ਉਹ ਕਹਿੰਦੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹ ਕਿੱਧਰ ਜਾਣ। ਜਦੋਂ MLA ਨੂੰ ਨਹੀਂ ਪਤਾ ਵੀ ਸਾਡਾ ਮੁੱਖ ਮੰਤਰੀ ਕੌਣ ਆ, ਅਸੀਂ ਮੁੱਖ ਮੰਤਰੀ ਦੀ ਮੰਨੀਏ ਕਿ ਪ੍ਰਧਾਨ ਦੀ ਮੰਨੀਏ, ਜਦੋਂ MLA ਭੰਬਲ ਭੂਸੇ 'ਚ, ਤਾਂ ਉਸ ਸੂਬੇ ਦੇ ਲੋਕ ਕਿੱਧਰ ਜਾਣ। ਇਸੇ ਸਵਾਲ ਨੂੰ ਲੈ ਕੇ ਨਿਸ਼ਾਨ ਜਿਹੜੇ ਉੱਠਦੇ ਆ। ਬਿਲਕੁਲ ਜੀ। ਤੇ ਕਿਸਾਨੀ ਦੀ ਗੱਲ ਕਰ ਲੈਂਦੇ ਆ। ਪਹਿਲਾਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਇਹ ਇੱਕ ਦਿਨ ਦਾ ਇਜਲਾਸ ਹੋਣ ਵਾਲਾ ਹੈ ਇਹ ਕਿਸਾਨੀ ਨੂੰ ਸਮਰਪਿਤ ਕੀਤਾ ਜਾਵੇ, ਪਰ ਅਜਿਹਾ ਫਿਲਹਾਲ ਨਹੀਂ ਦੇਖਣ ਨੂੰ ਮਿਲ ਰਿਹਾ ਹੈ। ਗੱਲ ਹੋ ਰਹੀ ਹੈ ਅੱਜ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ, ਤੇ ਕਿਸਾਨੀ ਨੂੰ ਕਿਤੇ ਨਾ ਕਿਤੇ ਪਛਾੜਦੇ ਨਜ਼ਰ ਆ ਰਹੇ ਨੇ, ਪਿੱਛੇ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਬੀਤੇ ਦਿਨੀ ਬਹੁਤ ਸਾਰੀਆਂ ਘਟਨਾਵਾਂ ਹੋ ਗਈਆਂ। ਜਿਹੜੀ ਘਟਨਾ ਕੱਲ ਮੋਗਾ ਦੇ ਵਿੱਚ ਵਾਪਰੀ ਹੈ ਉਸ ਨੂੰ ਕਰਨਾਲ ਪਾਰਟ 2 ਦਾ ਨਾਮ ਦੇ ਦਿੱਤਾ ਗਿਆ ਹੈ। ਦੇਖੋ ਕਿਸਾਨੀ ਦੀ ਜੇਕਰ ਆਪਾਂ ਗੱਲ ਕਰ ਲਈਏ ਨਾ, ਕਿਸਾਨੀ ਨੂੰ ਤੁਸੀਂ ਕਿਹਾ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼, ਪਹਿਲਾਂ ਹੀ ਨਜ਼ਰਅੰਦਾਜ਼ ਹੈ। 9 ਮਹੀਨੇ ਜਿਹੜੇ ਹੈ ਉਹ ਦਿੱਲੀ ਜਿਹੜਾ ਲੱਗਿਆ ਹੋਇਆ ਉਹਨੂੰ ਹੋ ਗਏ ਆ, ਦਿੱਲੀ ਕਿਸਾਨ ਬੈਠੇ ਆ। ਉਸ ਤੋਂ ਬਾਅਦ ਬਸਤਾੜਾ ਦੇ ਵਿੱਚ, ਕਰਨਾਲ ਦੇ ਵਿੱਚ ਜੋ ਬਸਤਾੜਾ ਟੋਲ ਪਲਾਜ਼ਾ ਤੇ ਲਾਠੀਆਂ ਚੱਲੀਆਂ ਉਹਦੀ ਗੂੰਜ ਵਿਸ਼ਵ 'ਚ ਪਈ। ਉੱਥੇ ਇੱਕ ਖਹਿਰਾ ਜਿਹੜਾ ਹਰਜਿੰਦਰ ਖਹਿਰੇ ਤੇ ਸਵਾਲ ਉੱਠਿਆ ਕਿ ਸਰਦਾਰ ਨੇ ਡਾਂਗਾ ਮਾਰੀਆਂ, ਪਰ ਕੱਲ ਦੂਜਾ ਕਰਨਾਲ ਮੋਗੇ 'ਚ ਬਣਿਆ ਤੇ ਉੱਥੇ ਤਾਂ ਸਾਰੇ ਸਰਦਾਰ ਸੀ ਪੁਲਿਸ ਵਾਲੇ। ਉੱਥੇ ਤਾਂ ਕਿਵੇਂ ਖੋਦੇ ਮਾਰੇ ਗਏ, ਉਹਨਾਂ ਦੇ ਕੁੱਟਿਆ ਗਿਆ, ਲਹੂ ਲਹਾਨ ਹੋਏ।
ਉੱਥੇ ਸਵਾਲ ਕਿਤੇ ਪੈਦਾ ਹੋਣਗੇ ਕਿ ਉੱਥੇ ਕੋਈ ਹੋਰ ਧਰਮ ਦੀ ਸੀ, ਉੱਥੇ ਵੀ ਤਾਂ ਸਾਰੇ ਸਰਦਾਰ ਸੀ। ਅਸੀਂ ਆਪਾਂ ਹਰਜਿੰਦਰ ਢਿੱਲੋਂ ਨੂੰ ਕਲੀਨ ਚਿੱਟ ਨਹੀਂ ਦਿੰਦੇ, ਪਰ ਗੱਲ ਇਹ ਆ ਵੀ ਰੌਲਾ ਇੱਕ ਹਰਜਿੰਦਰ ਢਿੱਲੋਂ ਦਾ ਨਹੀਂ, ਰੌਲਾ ਇਹ ਆ ਕਿ ਇਹਨਾਂ ਨੂੰ ਆਰਡਰ ਦਿੰਦਾ ਕੌਣ ਆ? ਕਿ ਪੰਜਾਬ ਸਰਕਾਰ ਤੋਂ ਜਾਂ ਕਿਸੇ ਆਰਡਰ ਤੋਂ ਬਿਨਾਂ ਕਿਸੇ ਵੱਡੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸਿਪਾਹੀਆਂ ਨੇ ਉੱਥੇ ਜਿਹੜਾ ਲਾਠੀ ਚਾਰਜ ਕਰ ਦਿੱਤਾ। ਔਰ ਉਸ ਤੋਂ ਵੀ ਵੱਧ ਰੌਲਾ ਇਸ ਗੱਲ ਦਾ ਪੈ ਗਿਆ ਕਿ ਜਦੋਂ ਬਿਕਰਮਜੀਤ ਮਜੀਠੀਆ ਦਾ ਵਿਰੋਧ ਹੁੰਦਾ ਤਾਂ ਉਦੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੰਦੇ ਆ, ਕਹਿੰਦੇ ਜੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਹੈ, ਇਹ ਤਾਂ ਸਿਰਫ ਸਾਡਾ ਹੀ ਵਿਰੋਧ ਕਰਦੇ ਆ। ਜਿਹਦੇ ਉੱਤੇ ਕੱਲ ਆਪਾਂ ਲਾਈਵ ਟੀਵੀ ਦੇ ਉੱਤੇ ਚਲਾਇਆ, ਕੁਲਤਾਰ ਸੰਧਵਾ ਨੇ ਬਿਆਨ ਵੀ ਦਿੱਤਾ ਔਰ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਕਾਲੀ ਦਲ ਤੇ। ਯਾਨੀ ਕਿ ਵਾਰ ਪਲਟਵਾਰ ਹੋ ਰਿਹਾ, ਪਰ ਮੁੱਦਾ ਕੀ ਆ? ਕਿਸਾਨੀ ਦੀ ਜਿਹੜੀ ਗੰਭੀਰਤਾ, ਕਿਸਾਨੀ ਦੀ ਜਿਹੜੀ ਸਮੱਸਿਆ ਉਹ ਤਾਂ ਉੱਥੇ ਦੀ ਉੱਥੇ ਆ। ਪਰਨਾਲਾ ਉੱਥੇ ਦਾ ਉੱਥੇ ਰਹਿ ਗਿਆ। ਮੀਂਹ ਨਵਾਂ ਪਈ ਜਾਂਦਾ, ਪਰ ਪਤਨਾਲਾ ਇੱਕ ਇਹ ਕਹਿੰਦੇ ਆ ਜੀ ਅਸੀਂ ਨਹੀਂ ਜੀ ਆਪ ਵਾਲੇ ਆ, ਉਹ ਨਹੀਂ ਜੀ ਉਹ ਨੇ, ਕੇਂਦਰ 'ਚ ਤਾਂ ਉਹਨਾਂ ਦੀ ਆ, ਸੂਬਾ ਕਹਿੰਦਾ ਜੀ ਕੇਂਦਰ ਕਰੂਗਾ। ਤੇ ਜਿਹੜੇ ਹੁਣ ਕੇਂਦਰ ਦੇ ਗੰਨਾ ਤਾਂ ਕੇਂਦਰ ਸੂਬੇ ਕੋਲ ਸੀ, ਉਹ ਵੀ ਧਰਨਾ ਲਵਾ ਕੇ ਰੇਟ ਲੈਣਾ ਪਿਆ। ਉਹ ਕੋਈ ਇਹ ਨਾ ਕਹੋ ਕਿ ਤੁਸੀਂ ਸਰਕਾਰ ਨੇ ਵਧਾਇਆ, ਉਹ ਤਾਂ ਧਰਨਾ ਲਾਉਣਾ। ਸੋ ਸਵਾਲ ਤਾਂ ਸਰਕਾਰਾਂ ਤੇ, ਵਿਰੋਧੀ ਧਿਰਾਂ ਤੇ, ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਹੈ। ਠੀਕ ਹੈ ਵੀ ਸੱਤਾ ਧਿਰ ਤੇ ਜ਼ਿਆਦਾ ਹੈ, ਪਰ ਇਹ ਨਹੀਂ ਹੈਗਾ ਕਿ ਵੀ ਦੂਜਿਆਂ ਨੂੰ ਬਰੀ ਕਰ ਦਿਆਂਗੇ। ਬਲਬੀਰ ਸਿੰਘ ਰਾਜੇਵਾਲ ਦਾ ਵੀ ਇੱਕ ਬਿਆਨ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਜਾਣ ਬੁੱਝ ਕੇ ਅਜਿਹੇ ਪ੍ਰੋਗਰਾਮ ਉਲੀਕੇ ਗਏ ਨੇ। ਹਾਲਾਂਕਿ ਇਹ ਪ੍ਰੋਗਰਾਮ ਚੋਣਾਂ ਦੇ ਨਜ਼ਦੀਕ ਹੁੰਦੇ ਨੇ, ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਪ੍ਰਚਾਰ ਦੇ ਲਈ ਪ੍ਰੋਗਰਾਮ ਕੀਤੇ ਜਾਂਦੇ ਨੇ, ਪਰ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੇ ਲਈ ਸਮੇਂ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਕਰ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਕੀ ਲੋੜ ਸੀ ਸੁਖਬੀਰ ਬਾਦਲ ਨੂੰ ਉੱਥੇ ਆਉਣ ਦੀ, ਜਦੋਂ ਕਿਸਾਨਾਂ ਵੱਲੋਂ ਆਲਰੇਡੀ ਇਹ ਮਤਾ ਪਕਾਇਆ ਗਿਆ ਹੈ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਹੋਣਾ ਹੀ ਹੋਣਾ ਹੈ। ਦੇਖੋ ਜਿਹੜਾ ਰਾਜੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਉਹਨਾਂ ਨੇ ਇਹ ਗੱਲ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ। ਜਦੋਂ ਵਿਰੋਧ ਹੁੰਦਾ ਕਿਸੇ ਪੋਲੀਟੀਕਲ ਪਾਰਟੀ ਦਾ, ਤਾਂ ਉਹ ਪੋਲੀਟੀਕਲ ਪਾਰਟੀਆਂ ਪਤਾ ਕੀ ਆਖ ਦਿੰਦੀਆਂ ਕਿ ਜੀ ਕਿਸਾਨ ਮੋਰਚੇ ਨੇ ਤਾਂ ਕਿਹਾ ਇਕੱਲਾ ਭਾਜਪਾ ਦਾ ਵਿਰੋਧ ਕਰੋ, ਦੂਜੀਆਂ। ਪਰ ਬਲਬੀਰ ਸਿੰਘ ਰਾਜੇਵਾਲ ਨੇ ਜੋ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਦਾ ਇਹ ਅਸਲ ਕਿਸਾਨ ਮੋਰਚੇ ਦਾ ਇਹ ਰੂਲ ਸੀਗਾ। ਉਹਨਾਂ ਨੇ ਕਿਹਾ ਸੀ ਘਰਾਓ ਕਰੋ ਬੀਜੇਪੀ ਦਾ, ਪਰ ਸਵਾਲ ਸਾਰਿਆਂ ਨੂੰ ਪੁੱਛੋ। ਸਵਾਲ ਔਰ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਇਹ ਨੌਬਤ ਤਾਂ ਆਈ ਕਿਉਂਕਿ ਸੁਖਬੀਰ ਬਾਦਲ ਸਵਾਲਾਂ ਤੋਂ ਭੱਜ ਗਏ। ਉਹਨਾਂ ਨੇ ਕਿਹਾ ਜੇ ਉਹ ਸਵਾਲਾਂ ਤੋਂ ਨਾ ਭੱਜਦੇ, ਸਵਾਲਾਂ ਦੀ ਜਵਾਬਦੇਹੀ ਕਰਦੇ, ਤਾਂ ਇਹ ਨੌਬਤ ਆਉਣੀ ਨਹੀਂ ਸੀ। ਉਹਨਾਂ ਨੇ ਕਿਹਾ ਇਹ ਨੌਬਤ ਹੀ ਤਾਂ ਆਈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਨਹੀਂ ਆਏ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6 ਮਹੀਨੇ ਪਹਿਲਾਂ ਏਡੀ ਕਿਹੜੀ ਕਾਹਲੀ ਹੋ ਗਈ। ਉਹਨਾਂ ਨੇ ਕਿਹਾ ਕਿ ਜੇ ਇਹ ਕਰਨਾ ਸੀ 2 ਮਹੀਨੇ ਪਹਿਲਾਂ ਹੁੰਦਾ, ਤੁਸੀਂ 6 ਮਹੀਨੇ ਕਰ ਰਹੇ ਹੋ। ਤਾਂ ਉਹਨਾਂ ਨੇ ਉਲਟਾ ਇਹਨਾਂ ਦੇ ਉੱਪਰ ਹੀ ਇਲਜ਼ਾਮ ਲਾ ਦਿੱਤੇ ਕਿ ਤੁਸੀਂ ਸਾਡੇ ਸੰਘਰਸ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਵੱਡੇ ਹਮਲੇ ਕੀਤੇ ਆ ਔਰ ਉਹਦੇ ਵਿੱਚ ਕਈ ਗੱਲਾਂ ਵਾਜਿਬ ਵੀ ਜਾਪਦੀਆਂ ਨੇ। ਅਮਨ, ਫਿਰ ਇਹ ਨਹੀਂ ਲੱਗਦਾ ਕਿ ਜਿੱਥੇ ਸੂਬਾ ਇੱਕ ਪਾਸੇ ਅੰਦਰੂਨੀ ਜੰਗ ਦੀ ਅੱਗ ਦੇ ਵਿੱਚ ਝੋਕਿਆ ਜਾ ਰਿਹਾ ਹੈ, ਅੰਦਰੂਨੀ ਅੱਗ ਦੇ ਵਿੱਚ ਮੱਚ ਰਿਹਾ ਹੈ, ਕਿਤੇ ਕਿਸਾਨ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਕਿਤੇ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ, ਤਾਂ ਲੱਗਦਾ ਨਹੀਂ ਇਹ ਜਿਹੜਾ ਇਜਲਾਸ ਆਏ ਥੋੜਾ ਲੇਟ ਹੋ ਸਕਦਾ ਸੀ? ਦੇਖੋ ਇਜਲਾਸ ਹੋਣਾ, ਇਹ ਜੇ ਨਿੱਜੀ ਤੌਰ ਤੇ ਆਪਾਂ ਗੱਲ ਕਰੀਏ ਜਾਂ ਇੱਕ ਪੱਤਰਕਾਰ ਦੇ ਤੌਰ ਤੇ ਆਪਾਂ ਗੱਲ ਕਰੀਏ, ਤਾਂ ਵਾਕਈ ਜਿਹੜਾ ਇਜਲਾਸ ਹੈ, ਦੇਖੋ ਹੁਣ ਸਾਹਮਣੇ ਬਿਲਡਿੰਗ ਹੈ, ਇਹ ਬਿਲਡਿੰਗ ਕਿਤੇ ਭੱਜ ਥੋੜ੍ਹਾ ਚੱਲੀ ਸੀ। ਪਰ ਸਵਾਲ ਇਹ ਆ ਵੀ ਹੁਣ ਜਦੋਂ ਤੁਸੀਂ ਇੱਕ ਧਾਰਮਿਕ ਮੁੱਦੇ ਨੂੰ ਲੈ ਕੇ ਇਜਲਾਸ ਰੱਖ ਲਿਆ, ਤੇ ਇਹਦੇ ਵਿੱਚ ਹੁਣ ਕੀ ਕਰ ਲਿਆ ਤੁਸੀਂ? ਧਾਰਮਿਕ ਮੁੱਦਿਆਂ ਨੂੰ ਕਵਰ ਕਰੋਗੇ? ਜਿਹੜੇ ਤਮਾਮ ਮੁੱਦੇ ਆ, ਜਿਹੜੇ ਸਵਾਲ ਖੜੇ ਹੋ ਰਹੇ ਆ ਸਰਕਾਰ ਤੇ, ਉਹਨਾਂ ਦੀ ਜਵਾਬਦੇਹੀ ਕੌਣ ਕਰੂਗਾ? ਸੋ ਸਵਾਲ ਇਹੀ ਹੈ ਨਾ ਕਿ ਇਸ ਨੂੰ ਕੀ ਮੁਲਤਵੀ ਕਰਕੇ ਪਿਓਰ ਪੋਲੀਟੀਕਲ ਨਹੀਂ ਰੱਖਿਆ ਜਾ ਸਕਦਾ ਸੀ, ਕਿਉਂਕਿ ਸੂਬੇ ਦੇ ਮੁੱਦੇ ਬਹੁਤ ਨੇ ਪਰ ਸਰਕਾਰ ਦੀ ਜਵਾਬਦੇਹੀ ਹੈ ਨਹੀਂ। ਔਰ ਮੈਨੂੰ ਲੱਗਦਾ ਕਿ ਸਰਕਾਰ ਨੇ ਇਸ ਨੂੰ ਧਾਰਮਿਕ ਰੰਗਤ ਇਸ ਕਰਕੇ ਦਿੱਤੀ ਹੈ ਕਿ ਇਸ ਨੂੰ ਉਹਦੇ ਵਿੱਚ ਹੀ ਕਵਰ ਕਰ ਲਿਆ ਜਾਵੇ, ਇੱਕ ਭੜੋਲੇ 'ਚ ਪਾ ਕੇ ਗੁੱਡੀ ਦੇ ਦਿੱਤੀ ਜਾਵੇ ਵੀ ਚਲੋ ਵੀ ਹੋ ਗਿਆ। ਔਰ ਮੁਲਤਵੀ ਉਹਦੇ ਵਿੱਚੋਂ ਵੀ ਮੁਲਤਵੀ ਹੋ ਗਿਆ, ਇੱਕ ਦਿਨ ਹੈ ਉਹਦੇ ਵਿੱਚੋਂ ਵੀ ਕੁਝ ਸਮਾਂ ਮੁਲਤਵੀ ਹੋ ਗਿਆ, ਤਾਂ ਰਹਿ ਕੀ ਗਿਆ? ਫਿਰ ਵਿੱਚ ਖਾਣੇ ਪਾਣੀ ਦਾ ਟਾਈਮ ਹੋਰ ਉਰਾਂ ਪਰਾਂ, ਪਤਾ ਨਹੀਂ ਹੁਣ ਇਹ ਪਿਓਰ ਕਿੰਨਾ ਸਮਾਂ ਚੱਲਣਾ। ਪਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਕੈਪਟਨ ਹੈਗੇ ਆ, ਕਿਉਂਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਸੀ ਸਾਰੇ ਕਹਿ ਰਹੇ ਆ, ਲੋਕ ਵੀ ਕਹਿ ਰਹੇ ਆ ਕਿ ਪੂਰੇ ਨਹੀਂ ਹੋਏ। ਸੋ ਕਿਤੇ ਨਾ ਕਿਤੇ ਧਾਰਮਿਕ ਮੁੱਦੇ ਤੇ ਕਰਨਾ ਲੱਗਦਾ ਡੀਰੇਲ ਕਰਨ ਦੀ ਕੋਸ਼ਿਸ਼ ਹੈ। ਇਹਨੂੰ ਪਿਓਰ ਪੋਲੀਟੀਕਲ ਰੱਖਣਾ ਚਾਹੀਦਾ ਸੀਗਾ। ਕਿ ਹੁਣ ਧਾਰਮਿਕ ਮੁੱਦੇ ਤੇ ਹੀ ਇਕੱਲੀ ਚਰਚਾ ਹੋਊ ਜਾਂ ਬਾਕੀ ਮੁੱਦਿਆਂ ਨੂੰ ਛੇੜਿਆ ਜਾਊ, ਇਹ ਹੁਣ ਪਤਾ ਲੱਗ ਜਾਣਾ ਥੋੜੇ ਸਮੇਂ 'ਚ। ਜੀ ਜੀ ਜੀ। ਸੋ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ, ਪਰ ਹੌਲੀ ਹੌਲੀ ਮਿਲਣਗੇ। ਸੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ।